ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਕਬੂਲ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਾਰਾ। ਗੁਰੂ ਨੂੰ ਇੱਕ ਪ੍ਰਕਾਸ਼ ਆਖਿਆ ਗਿਆ, ਗੁਰੂ ਨੂੰ ਇੱਕ ਜੋਤ ਆਖਿਆ ਗਿਆ, ਜੋ ਅੰਧਕਾਰ ਮਿਟਾਉਣ ਦੇ ਸਮਰੱਥ ਹੈ। ਬਾਹਰ ਜ਼ਮੀਨ ਦੇ ਉੱਤੇ ਜ਼ਮੀਨ ਦੀ ਗਰਦਿਸ਼ ਦੇ ਨਾਲ ਜ਼ਮੀਨ ਦਾ ਜਿਹੜਾ ਹਿੱਸਾ ਸੂਰਜ ਦੇ ਪਿੱਛੇ ਹੋ ਜਾਂਦਾ ਹੈ, ਉੱਥੇ ਅੰਧੇਰਾ ਛਾ ਜਾਂਦਾ ਹੈ, ਰਾਤ ਪੈ ਜਾਂਦੀ ਹੈ। ਔਰ ਜ਼ਮੀਨ ਦੇ ਵਿੱਚ ਨੌਖੰਡ ਪ੍ਰਿਥਵੀ ਦੇ ਵਿੱਚ ਜੋ ਦੀਵਾ ਹੈ ਉਹ ਸੂਰਜ ਹੈ ਔਰ ਚੰਦਰਮਾ ਹੈ। ਸਾਹਿਬ ਕਹਿੰਦੇ ਨੇ ਦੋਏ ਦੀਵੇ ਚੌਦੇ ਹਟ ਨਾਲੇ, ਜੇਤੇ ਜੀ ਤੇ ਵਣ ਜਾ ਰਹੇ। ਇਹ ਦੋ ਦੀਵੇ ਕਾਇਨਾਤ ਵਿੱਚ ਰੋਸ਼ਨੀ ਕਰਦੇ ਨੇ ਔਰ ਇਸੇ ਸੂਰਜ ਤੋਂ ਚੰਦਰਮਾ ਰੋਸ਼ਨੀ ਲੈਂਦਾ ਹੈ, ਇਸੇ ਸੂਰਜ ਤੋਂ ਸਮੁੱਚੇ ਬ੍ਰਹਿਮੰਡ ਵਿੱਚ ਰੋਸ਼ਨੀ ਹੈ। ਆਦਿ ਮਨੁੱਖ ਜਦ ਜੰਗਲਾਂ ਵਿੱਚ ਰਹਿੰਦਾ ਸੀ, ਰਾਤ ਦੇ ਅੰਧੇਰੇ ਨੂੰ ਦੂਰ ਕਰਨ ਵਾਸਤੇ, ਅੰਧਕਾਰ ਤੋਂ ਬਚਣ ਵਾਸਤੇ ਇਹਦੇ ਕੋਲ ਕੋਈ ਉਪਰਾਲਾ ਨਹੀਂ ਸੀ, ਕੋਈ ਸਾਧਨ ਨਹੀਂ ਸੀ। ਲੱਕੜਾਂ ਨੂੰ ਬਾਲ ਕੇ ਥੋੜੇ ਜਿਹੀਆਂ ਦੂਰ ਦਾ ਚਾਨਣਾ ਕਰ ਲੈਣਾ, ਬਸ ਇਸ ਢੰਗ ਨਾਲ ਇਹ ਜੀ ਰਿਹਾ ਸੀ ਤੇ ਜੰਗਲੀ ਜਾਨਵਰਾਂ ਤੋਂ ਆਪਣੀ ਰੱਖਿਆ ਕਰ ਰਿਹਾ ਸੀ। ਸਹਿਜੇ ਸਹਿਜੇ ਇਹਨੇ ਤੇਲ ਦੇ ਦੀਵੇ ਜਲਾਏ, ਲਾਲਟੈਨ ਆਈ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਸਾਧਨ ਉਪਲਬਧ ਹੋਏ ਔਰ ਮਨੁੱਖ ਨੇ ਇਸ ਬਿਜਲੀ ਨੂੰ ਪੈਦਾ ਕੀਤਾ, ਜਿਸ ਨੇ ਰਾਤ ਦੇ ਅੰਧੇਰੇ ਨੂੰ ਦਿਨ ਦੀ ਰੋਸ਼ਨੀ ਵਿੱਚ ਬਦਲ ਦਿੱਤਾ। ਬਾਹਰ ਦਾ ਅੰਧੇਰਾ ਤੇ ਮਨੁੱਖ ਨੇ ਦੂਰ ਕਰ ਦਿੱਤਾ ਹੈ, ਪਰ ਅੰਦਰ ਦੇ ਅੰਧੇਰੇ ਦੀ ਤਰਫ ਇਸ ਨੇ ਬਹੁਤਾ ਫਿਕਰ ਨਾ ਕੀਤਾ ਵੀ ਇਹ ਵੀ ਇੱਕ ਅੰਧਕਾਰ ਹੈ, ਇਹਨੂੰ ਵੀ ਮੈਂ ਦੂਰ ਕਰਨਾ ਹੈ। ਤੋ ਬਾਹਰ ਬੜਾ ਚਾਨਣਾ ਹੋ ਗਿਆ, ਅੰਦਰ ਅੰਧੇਰਾ ਹੈ। ਬਾਹਰ ਚਾਨਣਾ ਸੂਰਜ ਕਰਕੇ ਹੈ, ਅੰਦਰ ਚਾਨਣਾ ਹੋਵੇਗਾ ਗੁਰੂ ਕਰਕੇ। ਇਸ ਵਾਸਤੇ ਗੁਰੂ ਨੂੰ ਜੋਤ ਆਖਿਆ ਗਿਆ, ਗੁਰੂ ਜੋਤੀ। ਗੁਰੂ ਇੱਕ ਜੋਤ ਹੈ, ਗੁਰੂ ਇੱਕ ਪ੍ਰਕਾਸ਼ ਹੈ, ਗੁਰੂ ਇੱਕ ਨੂਰ ਹੈ। ਗੁਰੂ ਦੇ ਅਖਰੀ ਅਰਥ ਵੀ ਇਹੀ ਬਣਦੇ ਨੇ। ਗੋ ਕਹਿੰਦੇ ਨੇ ਅੰਧਕਾਰ ਨੂੰ ਔਰ ਰੂਹ ਕਹਿੰਦੇ ਨੇ ਪ੍ਰਕਾਸ਼ ਨੂੰ। ਅੰਧੇਰੇ ਨੂੰ ਦੂਰ ਕਰਕੇ ਜੋ ਰੋਸ਼ਨੀ ਕਰ ਦਿੰਦਾ ਹੈ, ਜੋਤ ਕਰ ਦਿੰਦਾ ਹੈ, ਚਾਨਣਾ ਕਰ ਦਿੰਦਾ ਹੈ, ਉਹਨੂੰ ਕਹਿੰਦੇ ਨੇ ਗੁਰੂ। ਗੁਰੂ ਦੀ ਬਹੁਪੱਖੀ ਮਹਿਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਸੂਰਜ ਕਿਤਨੀ ਹੀ ਰੋਸ਼ਨੀ ਜ਼ਮੀਨ ਤੇ ਸੁੱਟੇ, ਪਰ ਦਿਲ ਦੇ ਚਾਨਣਾ ਨਹੀਂ ਕਰ ਸਕਦਾ। ਮਨੁੱਖ ਨੂੰ ਸੱਚ ਤੇ ਝੂਠ ਦਾ ਪਤਾ ਨਹੀਂ ਚੱਲਦਾ, ਸਹੀ ਤੇ ਗਲਤ ਦਾ ਪਤਾ ਨਹੀਂ ਚੱਲਦਾ, ਉਹ ਗੁਰੂ ਜੋਤ ਕਰਕੇ ਹੀ ਪਤਾ ਚਲੇਗਾ। ਜਿਵੇਂ ਜ਼ਮੀਨ ਦਾ ਜਿਹੜਾ ਹਿੱਸਾ ਪਿੱਠ ਤੇ ਆ ਜਾਂਦਾ ਹੈ, ਸੂਰਜ ਦੀ ਰੋਸ਼ਨੀ ਉੱਥੇ ਨਹੀਂ ਪਹੁੰਚਦੀ। ਜਿਹੜਾ ਵੀ ਗੁਰੂ ਤੋਂ ਬੇਮੁਖ ਹੁੰਦਾ ਹੈ, ਮਨਮੁਖ ਹੁੰਦਾ ਹੈ, ਗੁਰੂ ਦੀ ਜੋਤ ਦਾ ਪ੍ਰਕਾਸ਼ ਉੱਥੇ ਨਹੀਂ ਹੁੰਦਾ। ਗੁਰੂ ਦਾ ਚਾਨਣਾ ਉਸ ਹਿਰਦੇ ਤੱਕ ਨਹੀਂ ਪਹੁੰਚਦਾ। ਔਰ ਇਹ ਗੁਰੂ ਦਾ ਜੋ ਚਾਨਣਾ ਹੈ, ਸਾਹਿਬਾਂ ਦੀ ਬਾਣੀ ਦਾ ਫੈਸਲਾ ਹੈ, ਇਸ ਤੋਂ ਕਰੋੜਾਂ ਸੂਰਜ ਕੁਰਬਾਨ ਕੀਤੇ ਜਾ ਸਕਦੇ ਨੇ। ਕਾਰਨ ਕਿ ਜਿੰਨੇ ਚਿਰ ਤੱਕ ਮਨ ਵਿੱਚ ਚਾਨਣਾ ਨਹੀਂ ਆਉਂਦਾ, ਦੁੱਖ ਤੇ ਸੰਤਾਪ ਬਣਿਆ ਹੀ ਰਹਿੰਦਾ, ਵਿਪਤਾ ਬਣੀ ਰਹਿੰਦੀ ਹੈ। ਇਹ ਸੂਰਜ ਇੱਕ ਨਹੀਂ, ਭਾਵੇਂ ਕਰੋੜਾਂ ਵੀ ਚੜ ਪੈਣ ਤਾਂ ਵੀ ਜ਼ਿੰਦਗੀ ਦੇ ਮਸਲੇ ਹੱਲ ਨਹੀਂ ਕਰ ਸਕਦੇ। ਇਸ ਵਾਸਤੇ ਸਾਹਿਬਾਂ ਦੀ ਬਾਣੀ ਨੇ ਸਪਸ਼ਟ ਕਹਿ ਦਿੱਤਾ, ਜੇਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹ ਘੋਰ ਅੰਧਾਰ ਮਨੁੱਖ ਦੀ ਦੁਨੀਆ ਵਿੱਚ ਬਹੁਤ ਵਧਿਆ ਹੈ। ਕਾਰਨ ਮਨੁੱਖ ਗੁਰੂ ਤੋਂ ਟੁੱਟਿਆ, ਗੁਰ ਜੋਤੀ ਤੋਂ ਟੁੱਟਿਆ। ਗੁਰੂ ਦੇ ਜਿਹੜੇ ਬਹੁਪੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪੇਸ਼ ਕੀਤੇ ਨੂੰ ਮੈਂ ਤੁਹਾਡੇ ਸਾਹਮਣੇ ਰੱਖਾਂ।
गुरु दाता गुर हिवे घर, गुरु दीपक तेह लोए। गुरु दाता है, जैसे सूरज दाता है। सूरज करके जमीन ਨੂੰ सब कुछ मिलता है। धुप है, बरखा हो रही है, हरियावल है, बनस्पति फुटती है। इस एक सूरज करके जमीन की जिंदगी चल रही है। सूरज एको रुत अनेक, नानक करते के केते वेश। हू बहु जिथे बारों दाता ये सूरज है, अंदर दा दाता गुरु है। और अंदर दी हरियावली, खेड़ा, मस्ती, सुख, शांति, सकून सब गुरु दे आसरे ते है। एक सूरज ठंडा पै जाए, समुचा ब्रह्मंड बारों ठंडा पै जाएगा, खत्म हो जाएगा। और जिस जिस थां दे ते गुरु दी जोत ना पहुंचे, कहते वो बंदा अंदरों मर जाता है, मुर्दा हो जाता है। ਉਹਦੇ अंदर कोई सोज नहीं होवेगा। साहब कहते ने गुर दाता गुर हिवे घर। हिवे घर हिमालय का घर, बर्फ का घर। गुरु शीतल है, सूरज गर्म है, गुरु का प्रकाश ठंडा प्रकाश है। गुरु की जोत ठंडी जोत है, जो चानना भी है पर शीतल भी है। गुर दीपक तह लोए। गुरु की जोत की बहुत दूर तक पहुंच है। फिर साहब ऐसा भी कहते हैं कि नानक गुरु बिन मन का ताक न उगड़े, अवर न पूंजी हथ। जिथे आत्म ज्योति का प्रकाशमान है, उत्थे एक दरवाजा है, जिसका लंबा चौड़ा खुलासा मैं थोड़े सामने किया है। 10वां द्वार दरवाजा बंद है। नानक गुर बिन मन का ताग न उगड़े, अवर न पूंजी हथ। इस दरवाजे नूं ताला लगे है, जिहदी चाबी कुंजी गुरु कोल है। अवर न पूंजी हथ। असी अपनी सियाणप नाल इस ताले नूं नहीं खोल सकते। मनुख कितना ही सियाणा हो जाए, पंडित हो जाए, विद्वान हो जाए, जैसे लोकी चतराइयां थां थां ते जाहिर करदे ने, इन्हां चतराइयां दे नाल ये ताला नहीं खुलण लगा और दरवाजा बंद रहेगा। और आत्म प्रकाश तक पहुंचना बड़ी औखी गल होवेगी। साहिब कहते ने ये कुंजी गुरु कोल है। भगत नामदेव जी महाराज गुरु नूं धोबी भी कहते ने। धोबी धोवे बिरहे बिराता, राम नाम वाका मन राता। धोबी का कम है कपड़े धो देना, साफ कर देना। गुरु का कम है हिरदा शुद्ध कर देना, मन साफ कर देना, मन की सारी मैल कट देनी। ये गुरु का कम है। फिर साहब कहते ने गुरु वैद भी है। मेरा वैद गुरु गोबिंदा, हर हर नाम औखद मुक देवे, काटे जम की फंदा। वो जमा दे फंदे कट देंदा, विपता और अंदरूनी कलेश नूं मार देंदा है। हरि नाम की औषधि दे के, इस वास्ते वैद है, गुरु वैद है। हुण निक्की जी मैं बेनती करा, गुरु एक जोत है। ये उदों प्रगट हो जाती है उत्थे ज्योति जिथे हिरदा सन्मुख हो जाए। मनमुख ते सन्मुख दो शब्द ने गुरु ग्रंथ साहिब दे, जो गुरु दे सामने आ जाए। हुण सामने आना की है? गुर शब्द नूं मन लवे, गुर शब्द नूं अपने हिरदे च थां देवे, गुरु शब्द नूं टिकावे। मैनू गल भुलदी नहीं, एक सज्जन दी तर्क आखण लगा, ज्ञानी जी सदियां तो हिंदुस्तान दे विच ते बाकी दी दुनिया दे विच पत्थर दी पूजा चलदी रही। चाहे इस्लाम है ते चाहे ईसाईयत है, चाहे बोधी ने, चाहे जैनी ने, चाहे सनातनी ने, किसी न किसी रूप में सारे ही पत्थरां नूं पूजी जांदे ने। कोई कबरां नूं पूजी जांदा है, कोई मज़ारां नूं पूजी जांदा है, कोई मठ्ठां नूं पूजी जांदा है, कोई मूर्तियां नूं पूजी जांदा है। सब पत्थर ही पत्थर है। मैनू कहने लगा, गुरु गोबिंद सिंह जी महाराज दे ए वाक बड़े क्रांतिकारी सन के जागत जोत जपै निस बासर, एक बिना मन नैक न आने।
पूरन प्रेम प्रतीत सजे व्रत गोड़ मड़ी मठ भूल न माने। भुल के भी मड़ी नू मठ नू कबर नू न मने ते जागदी जोग दा पुजारी होवे। वो कहने लगा बदकिस्मती यह है कि सारा जगत पत्थर नू पूज रहा है ते सिख जगत कागज नू पूज रहा है। ते उहदे शब्द सन। कहने लगा पत्थर जड़ है, कागज जड़ है। पत्थर ठोस है, कागज भी अपनी थां ते अचेत है। कहंदा गुरु गोबिंद सिंह जी महाराज की गल खो गई आसमान दे विच, गुरु नानक दे बोल खो गए। सनातनी पत्थरां दी परिक्रमा कर रहा है, जैनी ते बोधी पत्थरां दे अगों मत्था टेक रहे ने। संगे मरमर दियां बणियां होईयां कबरां दे अगों मुसलमान मत्था पे टेकदे ने। ईसाई भी मूर्तियां दे अगों झुक रहा जो पत्थर दियां बणियां ने। कहने लगे इस नवे धर्म तो जिसनों जन्म गुरु नानक देव जी महाराज ने दिता सी, बड़ियां उम्मीदां सन, बड़ियां आसां सन, पर यह भी कागज की परिक्रमा विच लग गया। इन्हें ही कागज नूं सब कुछ मन लिया और ये बोल अपनी तरफों बड़े पायदार ढंग नाल उसने पेश किए सन। गुरुद्वारा सीसगंज साहब दे उदों मैं कथा कर रहा सी। मैं उसनूं कहा मित्रा बहुत वड्डा भरम बुलेखा है संसार दे विच भी हो सकता है, थोड़ा जिहा कुछ सिख जगत दे विच भी होवे। गुरु ग्रंथ साहब जी महाराज दीयां कुछ पंक्तियां इस भरम बुलेखे नूं दूर कर देंदियां। एक पंक्ति मैं थोड़े सामने भगत सिरमौर श्री रविदास जी महाराज दी रखां। वो कहते ने तरतार अपवित्र कर मानिए रे जैसे कागरा करत विचारन। भी कागज दी विचार करिए तो रविदास जी कहते ने कागज कोई पूजनीक नहीं है, कोई महान नहीं है। उन्हां दिनां विच बनदा सी ये ताड़ी दे दरख्त तो हिंदुस्तान विच। ताड़ी दा दरख्त मौजूद है अजकल भी हिंदुस्तान विच बहुत है। ਉਹਦੇ ਚੋਂ ਤਾੜੀ निकलती, एक रस निकलता है ਜਿਹਦੇ ਚ नशा बिल्कुल हू बहु शराब वर्गा ਹੁੰਦਾ है। ये ताड़ी ठेकिਆਂ ਤੇ ਵਿਕਦੀ है हिंदुस्तान विच। बिहार, बंगाल, यूपी, उड़ीसा ते मध्य भारत विच ये दरख्त बहुत है, बहुत तादाद विच पाया जाता है, खजूर की तरह ਹੁੰਦਾ है। ਇਹਦੇ ਚੋਂ निकलिया होया रस उस विच कुदरती नशा है। प्राचीन संतां ने, ऋषियां ने, मुनिया ने कह दिता सी बई इस दरख्त के थले बैठना भी नहीं, ये दरख्त अपवित्र है, ये बंदे नूं बेहोश कर देंदा है। हर तरह की खुल देने वाले मजहबां ने भी शराब नूं वंडिया है। मुहम्मद साहब ने भी कह दिता हराम है, बाकी सारी खुल कर दी बई पुरुष 4 शादियां भी कर सकता है। जिस जिस ढंग की खुल दी है उस खुल नूं देख के हैरानगी होती है, लेकिन शराब नूं उसने भी हराम कह दिता बई गऊ भी खा सकता है, उठ भी खा सकता है, मझ भी खा सकता है। सब तरह की खुल देण वाला एक पुरुष कहता शराब हराम है। कारण शराब पींदियां मनुख बेहोश होंदा है ते जैसे जैसे बेहोशी वधदी है, अचेतपना वधदा है, मनुख दे अंदर ईश्वर नूं चिंतन करन दे जिहड़े आसार ने वो खत्म हो जाते हैं, आज़ा खत्म हो जाते हैं। इस वास्ते हो सकता है दुराचारी तो दुराचारी मनुख भी, ठग तो ठग बंदा भी शायद सुधर के परमात्मा तक पहुंच जाए, पर शराबी शराब पींदा ही जाए, पींदा जाए, उसकी कोई संभावना नहीं। इतनी मैं अर्ज कर दें क्योंकि बेहोशी उसकी वधदी है। मैनू कुछ श्लोक सुभावक याद आ गए जद मैं निर्मले महात्मा को गुरु ग्रंथ साहब जी महाराज के अर्थ पढ़ता से, उन्होंने मैनू एक प्राचीन बोल नोट कराए सन। बीजिया कलपंत एक अंच 10 कलपंत नागनी, 12 सांसर कलपंत धूमर पान असंख्यान विद्यते। पुराणा दे चों 18 पुराणा दे चों एक पदम पुराण है, ਉਹਦੇ ਚ श्लोक कहते हैं। बीजिया कहते हैं भंग नूं,
बीजिया कलपंत एक अंज। जो भंग पींदा है एक जन्म खुआर गया, एक जन्म गया, वो जिंदगी बर्बाद हो गई। क्योंकि कुछ ना कुछ बेहोशी भंग दे च भी है, कुछ ना कुछ अचेतपना एदे च भी है। बीजिया कलपंत एक अंज 10 कलपंत नागने। नागनी कहंदे ने अफीम नूं। जिहड़ा अफीम खान दा आदी हो गया है, ये महापुरुष कहंदा 10 जन्म तक मूर्ख रहेगा, सियाणा नहीं हो सकेगा, अचेत रहेगा, 10 जन्मां तक कुबड़ रहेगा। क्यों? अचेत हो जाएगा, बेहोश हो जाएगा, पशुओं की तरह जीवेगा। 10 कलपंत नागने बारनी सहंसर कलपंत। वारनी कहंदे ने शराब नूं। ते जिहड़ा शराब दा आदी होया है, सहंसर कहंदे ने हजारां नूं। हजारां जन्मां तक बेहोश रहेगा, हजारां जन्मां तक मूर्ख रहेगा। धूमरपान संख्यान विद्यते। धूमरपान कहंदे ने तमाकू नूं। ते जिहड़ा तमाकू पींदा है, ऋषि कहंदा मैं गिण नहीं सकदा कितने जन्म मूर्ख रहेगा, कितने जन्म कुबड़ रहेगा, कितने जन्म अचेत रहेगा। नशियां नूं इस ढंग दे नाल प्राचीन ऋषि मुनियां ने जो है भंडिया है भी बंदा अचेत होंदा है। और जिस जिस घर दे च समझ लो ये शराब बहुतात दे च वरती जा रही, लोगों ने ते खिमा करनी इसकी प्रदर्शनी करनी भी शुरू कर दी। लोग देखन सजावट का समान भी समझ लिया। लोग इन्ने मूर्ख हो गए, इतने नादान हो गए, इतनी ना समझी वध गई है। अचेत होना भी एक फैशन बन गया है, बेहोश होना भी एक रस बन गया है, बेहोश होना भी एक नुमाइश बन गई है। तो जब बेहोश होना भी नुमाइश बन जाए, ऐसे बंदे नूं होश दे च लियाना बड़ी औखी गल है। क्योंकि बेहोशी उहदा सन्मान है, बेहोशी उसकी इज्जत है, अचेतपना ही उसका मान ते सन्मान है। तो वार नहीं सहंसर कल्पंत धूमरपान असंख्यान विद्यते। इस संबंध में मैं 5-10 श्लोक उन्हां महापुरुषों तो पढ़े सन, नोट किए सन, याद किए सन। हैरान होया कि प्राचीन ऋषि मुनि इस ढंग नाल सोचते रहे हैं। गुरु ग्रंथ साहब जी महाराज दे बहुत कुछ हवाले ने, पर इस वक्त जो कुछ मैं कहना चाहता उस थां तो ना तिड़का। अर्ज मैं ये कर रहा सी कि मोहम्मद साहब ने भी कह दिता शराब हराम है, और जो पी रहे है जिंदगी हराम गई, जिंदगी व्यर्थ गई, जीवन व्यर्थ गया। हर तरह की खुल इसने दे दी बई पशुओं विचों कोई पशु खा सकते हो, 4 शादियां पुरुष कर सकता है। जन्नत विच भी की है जिहड़े लालच दिते गए ने, वो भी कोई बहुत उच्ची गल नहीं। बहिश्त हूरो गिलमा इवज़े तायत, मैं ना मानूंगा इन्हीं बातों से ए वाइज ज़ईफ ईमान होता है। इकबाल भी कहता है ए मौलवी जिहड़ी जन्नत तू मेरे सामने रखदा पे है, अगर ये बिना नमाज पढ़िया भी मैनू मिले, मैनू कबूल नहीं, मैनू प्रवान नहीं। इते ईमान कमजोर होंदा है, इते धर्म कमजोर होंदा है। बई उत्थे अंगूरी शराब दे चश्मे ने, उत्थे हूरां ने, कहंदा यही कुछ नमाज नाल मिलदा है ते मैनू नमाज पढ़न दी लोड़ ही नहीं। इते धर्म कमजोर होंदा है। गरज के सियाणे जिहड़े ने वो इस चीज नूं भंडदे ने बई नहीं, इते बेहोश कर दी है, बंदे नूं अचेत कर देंदी है। और वो सिलसिला जिहदे नाल बंदा रब दा नां जप सकदा है, प्रभु दा चिंतन कर सकदा है, वो सारे दा सारा जिहड़ा सिलसिला है अचेत हो जाता है। तो मैं अर्ज करा जिहड़ा ताड़ी दा दरख्त है, इहदे च जिहड़ा एक रस निकलदा है, ਉਹਦੇ ਚ बेहोशी शराब वर्गी है। तो भगत रविदास जी कहते ने कर तार अपवित्र कर मानीए रे। ताड़ी दा दरख्त अपवित्र करके मनिया जाता, अपवित्र है। शास्त्रकार इतना वर्जित कर देन बई इहदे थल्ले भी ना बैठो, इस दरख्त दे इहदे कोलों भी ना लंघो, इहदी हवा दे च भी बेहोशी है, इहदी हवा दे च भी कोई नशा है, इहदे कोल भी ना बैठो। तर तार अपवित्र कर मानीए रे जैसे कागरा करत विचारन। लेकिन पुराना कागज इसे ताड़ी दे दरख्त तो बनता सी, इनू कट के सुका के फिर इसके बुरादे तो कागज बनता सी। सब तो पहले हिंदुस्तान दे कागज बनाया गया ताड़ी दे दरख्त। इहदे लकड़ छिलका इस ढंग दा है कि कागज आसानी नाल बन सकदा। और गालबन
कोई 1500 साल पहले कहते ने ये कागज आलमे वजूद विच आया। इस तो पहले भोज पत्रां ते लिखिया जांदा सी, सब कुछ भोज पत्रां दे उत्ते। पहली बीड़ जिहड़ी करतारपुर साहब वाली बीड़ है, जो गुरु अर्जन देव जी महाराज ने भाई साहब भाई गुरदास द्वारा रामसर अमृतसर दे संपूर्ण की थी। कागज बड़ा मोटा है, ताड़ी दे बुरादे दा, कम से कम 5-6 बंदे चाहिए तां उस बीड़ का प्रकाश हो सकता, कल्ला बंदा नहीं कर सकता। घट्टो घट 5-6 मन के करीब वजन है। एक एक पत्रा बहुत वड्डा है, बहुत वड्डी स्याही नाल और बड़े सोहने ढंग नाल भाई साहब भाई गुरदास ने अपने हत्थां नाल वो लिखे। तो दरख्त जिहड़ा ताड़ी दा उहदे बुरादे तो कागज बनदा। रविदास कहंदे ने जे दरख्त पूजनीक नहीं तो फिर कागज भी पवित्र नहीं। तर तार अपवित्र कर मानिए रे, जैसे कागरा करत विचारं। कागज की विचार करिए तो कागज भी कोई पूजनीक चीज नहीं है, पर भगत भगौत लिखिए तैं ऊपर पूजिए कर नमस्कार। उस अपवित्र कागज दे उत्ते जद भगवत की महिमा लिख दी जाती है, रब का नाम लिख दिता जाता है, रविदास कहते हैं पूजनीक बन जाता है। कागज नूं कौन मत्था टेकदा है? रब दे नाम नूं मत्था टेकदे हैं। जद मैं उसनूं कहा बई थानू भुलेखा है, कागज के पुजारियां 1430 सफे की भीड़ होवे, शब्द एक भी ना लिखिया होवे, सिख नहीं मत्था टेकेगा, चाहे सोने की पालकी क्यों ना प्रकाश होवे। सिख शब्द का पुजारी है, सिख ज्ञान का पुजारी है, ते ज्ञान शब्दां दे विच है, ज्ञान अखरां दे विच है। अखरी नाम, अखरी साला, अखरी ज्ञान, गीत गुण गा, अखरी लिखण, बोलण बाण, अखरां सिर, संजोग वखाण। तो ये सब कुछ अखरां दे उत्ते ही मुनस्सर है। और मनुख दी दुनिया दे चों अखर खो जान, सारा जिहड़ा विकास है वो सब दा सब रुक जाएगा, सारी तरक्की रुक जाएगी। इस वास्ते पखंड के प्रचार वास्ते भी अखरां की लोड़ पैंदी है, सच के प्रचार वास्ते भी अखरां की लोड़ पैंदी है। ते जिन्हां अखरां दे विच निरा संसार का ज्ञान है उन्होंने कहते हैं शब्द, ते जिन्हां अखरां दे विच करतार का ज्ञान है उन्होंने कहते हैं गुर शब्द। ये सिरमौर शब्द है, ये गुरु का शब्द है, आम शब्द नहीं है, आम बोल नहीं है। ये परमात्मा का ज्ञान है, ये ईश्वर का ज्ञान है, ये रब्बी ज्ञान है। हुण कोई बंदा सिंघासन ते बैठा होवे ते गुरु होने का दावा करे ते उहदे ते चौर भी हो रही होवे, जैसे कि हैगे ने इस वक्त, ते वो कुछ बोल रहे होवे, ते सवाल ये पैदा होंदा है हिरदे विच उपदेश नूं वसावांगे कि उपदेशक नूं। एक सवाल है, आपस में बैठे हैं, हुण इत्थे विचार ही ते करनी है। गुरु दुआरे होए सोजी पाए सी, इस तरह की सूझ समझ इत्थे लैनी। हिरदे विच उपदेश नूं वसाना है या उपदेशक नूं? जे कहो उपदेशक नूं वसाना है तो उपदेश सुनन की लोड़ की, वक्त क्यों बर्बाद करना, फिर समा क्यों बर्बाद करना, फिर ते वक्त बर्बाद करना है। ते जे कहो उपदेश नूं थां देनी है ते उपदेश नाल ही हिरदा बदलदा है, तो फिर उपदेश वड्डा है, उपदेशक नहीं वड्डा। फिर उपदेश महान है, उपदेशक महान नहीं। सत्कार है उस घड़े का जिहदे चों पानी पीता गया, सत्कार है। भाई साहब भाई गुरदास जी ने एक इशारा बड़ा सोहना कीता है, कहते रेगिस्तान के टिब्बियां दे चों एक बंदा जिहदा रोम रोम त्रिहाया है, प्यासा है, लंघिया जा रहा है, पानी की मंग है, पानी किधरे है नहीं। हुण सहरा विच रेत विच पानी कित्थे? सैकड़े मील तक रेत ही रेत। मायूस है, उदास है। दूर उसनूं दो दरख्त दिस पए, लंबे चौड़े सहरा दे च जिहड़े दो दरख्त किधरे दिस पए ने, इनू अरबी दे च कहंदे ने नखलिस्तान। बई इत्थे नखलिस्तान है, इत्थे पानी जरूर होवेगा, वरना सैकड़े मील तक जिथे रेत दे टिब्बे ने पानी है को नहीं। ये दो दरख्त इस गल का सबूत ने इत्थे पानी होवेगा। तो उसकी कुछ उम्मीद बरा आई, वो तिखा चलन लग पिया भी पानी मिलेगा। पहुंच गया दरख्तां दे कोल, उत्थे दो घड़े पए सन, खुश हो गया भी प्राण बच गए। उन्हें घड़े का ढक्कन चुकिया, घड़ा खाली, पानी है ही नहीं सी।
ਮਾਯੂਸ ਹੋ ਗਿਆ। ਫਿਰ ਦੂਸਰੇ ਘੜੇ ਦਾ ਢੱਕਣ ਚੁੱਕਿਆ, ਉੱਥੇ ਪਾਣੀ ਹੈ ਸੀ, ਉਹਨੇ ਰੱਜ ਕੇ ਪੀਤਾ, ਆਪਣੀ ਪਿਆਸ ਬੁਝਾਈ। ਹੁਣ ਸਵਾਲ ਪੈਦਾ ਹੁੰਦਾ ਹੈ, ਉਹਦੀ ਪਿਆਸ ਘੜੇ ਨੇ ਬੁਝਾਈ ਕਿ ਪਾਣੀ ਨੇ? ਪਿਆਸ ਪਾਣੀ ਨਾਲ ਬੁਝਦੀ ਹੈ, ਚਾਹੇ ਉਹ ਘੜੇ ਦੇ ਚ ਹੋਵੇ, ਚਾਹੇ ਬੋਤਲ ਦੇ ਚ ਹੋਵੇ, ਚਾਹੇ ਦਰਿਆ ਦੇ ਚ ਹੋਵੇ, ਚਾਹੇ ਸਰੋਵਰ ਦੇ ਚ ਹੋਵੇ, ਚਾਹੇ ਪਾਣੀ ਖੂਹ ਦੇ ਚ ਹੋਵੇ। ਪਿਆਸ ਪਾਣੀ ਨਾਲ ਬੁਝੇਗੀ, ਘੜੇ ਨਾਲ ਨਹੀਂ। ਇੱਕ ਬੰਦਾ ਕਹਿੰਦਾ ਮੈਂ ਦਰਿਆ ਤੋਂ ਆਪਣੀ ਪਿਆਸ ਬੁਝਾਈਏ, ਕਿੱਥੇ ਦਰਿਆ ਦੇ ਚ ਪਾਣੀ ਨਾ ਹੋਵੇ, ਸੁੱਕੇ ਦਰਿਆ ਵੀ ਤੇ ਹੁੰਦੇ ਨੇ, ਫਿਰ ਕਿਸ ਤਰ੍ਹਾਂ ਪਿਆਸ ਬੁਝਾਓਗੇ? ਇੱਕ ਕਹਿੰਦਾ ਮੈਂ ਬੋਤਲ ਤੋਂ ਆਪਣੀ ਪਿਆਸ ਬੁਝਾਈਏ, ਬੋਤਲ ਦੇ ਚ ਪਾਣੀ ਨਾ ਹੋਵੇ, ਕਿਸ ਤਰ੍ਹਾਂ ਬੁਝਾਏਗਾ? ਕੱਚ ਨਾਲ ਥੋੜੀ ਪਿਆਸ ਬੁਝਦੀ ਹੈ। ਪਿਆਸ ਪਾਣੀ ਤੋਂ ਬੁਝੇਗੀ। ਆਤਮਿਕ ਸ਼ਾਂਤੀ ਬੰਦੇ ਨੂੰ ਗਿਆਨ ਤੋਂ ਮਿਲਦੀ ਹੈ। ਇਹ ਗਿਆਨ ਚਾਹੇ ਦੀਵਾਰਾਂ ਤੇ ਲਿਖਿਆ ਹੋਵੇ, ਚਾਹੇ ਕਾਗਜ਼ ਤੇ ਲਿਖਿਆ ਹੋਵੇ, ਚਾਹੇ ਮਨੁੱਖ ਦੇ ਹਿਰਦੇ 'ਚ ਲਿਖਿਆ ਹੋਵੇ, ਆਤਮਿਕ ਸ਼ਾਂਤੀ ਗਿਆਨ ਤੋਂ ਮਿਲਦੀ ਹੈ। ਸਤਿਕਾਰ ਹੈ ਉਸ ਦੀਵਾਰ ਦਾ ਜਿੱਥੇ ਅੱਖਰ ਲਿਖੇ ਸਨ, ਸਤਿਕਾਰ ਹੈ ਉਸ ਕਾਗਜ਼ ਦਾ ਜਿੱਥੇ ਅੱਖਰ ਲਿਖੇ ਸਨ, ਸਤਿਕਾਰ ਹੈ ਉਸ ਹਿਰਦੇ ਦਾ ਜਿੱਥੋਂ ਨਿਕਲਿਆ ਸੀ। ਲੇਕਿਨ ਹੁਣ ਦੀਵਾਰ ਇਹ ਆਖ ਦੇਵੇ ਮੈਂ ਹੀ ਪਾਣੀ ਆ, ਘੜਾ ਇਹ ਆਖ ਦੇਵੇ ਮੈਂ ਪਾਣੀ ਆ, ਤਾਂ ਗੱਲ ਨਹੀਂ ਬਣੇਗੀ। ਘੜੇ ਨਾਲ ਪਿਆਸ ਨਹੀਂ ਬੁਝਦੀ, ਪਾਣੀ ਨਾਲ ਪਿਆਸ ਬੁਝਦੀ ਹੈ। ਤੋ ਉਪਦੇਸ਼ ਨਾਲ ਹਿਰਦਾ ਬਦਲਦਾ ਹੈ, ਉਪਦੇਸ਼ਕ ਨਾਲ ਨਹੀਂ। ਤੇ ਜੇ ਹਿਰਦੇ ਵਿੱਚ ਉਪਦੇਸ਼ ਨੂੰ ਥਾਂ ਦੇਣੀ ਹੈ ਤਾਂ ਫਿਰ ਉਪਦੇਸ਼ ਵੱਡਾ ਹੈ, ਉਪਦੇਸ਼ਕ ਛੋਟਾ ਹੈ। ਸੁਨ ਉਪਦੇਸ਼ ਹਿਰਦੇ ਬਸਾਓ, ਮਨ ਇੱਛੇ ਨਾਨਕ ਫਲ ਪਾਓ। ਸਾਹਿਬ ਕਹਿੰਦੇ ਨੇ ਮਨ ਇੱਛਤ ਫਲ ਲੈ ਲਓ, ਉਪਦੇਸ਼ ਨੂੰ ਹਿਰਦੇ 'ਚ ਥਾਂ ਦਿਓ, ਗੱਲ ਮੁਕਾਓ ਬਾਕੀ। ਤੇ ਜਿਸ ਵਕਤ ਉਪਦੇਸ਼ ਨੂੰ ਬੰਦਾ ਹਿਰਦੇ 'ਚ ਥਾਂ ਦਿੰਦਾ ਹੈ, ਹਿਰਦੇ 'ਚ ਚਾਨਣਾ ਹੋ ਜਾਂਦਾ ਹੈ, ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ ਹੈ, ਹਿਰਦੇ 'ਚ ਨੂਰ ਹੋ ਜਾਂਦਾ ਹੈ। ਬਾਹਰ ਦੀ ਦੁਨੀਆ ਵਿੱਚ ਰੋਸ਼ਨੀ ਅਸੀਂ ਸੂਰਜ ਤੋਂ ਲਵਾਂਗੇ, ਅੰਦਰ ਦੀ ਦੁਨੀਆ ਵਿੱਚ ਰੋਸ਼ਨੀ ਅਸੀਂ ਗੁਰਸ਼ਬਦ ਤੋਂ ਲਵਾਂਗੇ। ਇਸ ਤੋਂ ਹੀ ਮਿਲੇਗੀ। ਇਸ ਤੋਂ ਬਿਨਾਂ ਇਹ ਨੂਰ ਲੈਣਾ ਬੜੀ ਔਖੀ ਗੱਲ ਹੈ, ਇਹ ਚਾਨਣਾ ਲੈਣਾ ਬੜੀ ਔਖੀ ਗੱਲ ਹੈ। ਗਾਲਬਨ 4 ਸਾਲ ਪਹਿਲੇ ਦੀ ਗੱਲ ਹੈ, ਸੁਭਾਵਿਕ ਗੱਲ ਚੱਲ ਪਈ। ਦਿੱਲੀ ਰਾਮਲੀਲਾ ਗਰਾਊਂਡ ਵਿੱਚ ਆ ਨਿਰੰਕਾਰੀ ਗੁਰੂ ਨੂੰ ਕਿਧਰੇ ਧਨ ਨਾਲ ਤੋਲਿਆ ਗਿਆ ਤਰਾਜ਼ੂ ਤੇ ਤਰਾਜ਼ੂ ਦੇ ਉੱਤੇ ਪੰਕਤੀ ਲਿਖੀ ਗਈ ਗੁਰੂ ਗ੍ਰੰਥ ਸਾਹਿਬ ਦੀ, ਆਪੇ ਕੰਡਾ ਤੋਲ ਤੁਰਾਜੀ ਆਪੇ ਤੋਲਣ ਹਾਰਾ। ਇਹ ਪੰਕਤੀ ਲਿਖੀ ਹੋਈ ਸੀ, ਇਹਦੀਆਂ ਫੋਟੋਆਂ ਛਪੀਆਂ ਨੇ ਬਕਾਇਦਾ ਗੁਰਦੁਆਰਾ ਗਜਟ ਦੇ, ਸ਼੍ਰੋਮਣੀ ਕਮੇਟੀ ਨੇ ਛਾਪੀਆਂ। ਔਰ ਜਿਨ੍ਹਾਂ ਦਿਨਾਂ 'ਚ ਇਹ ਵਾਕਿਆ ਹੋ ਰਿਹਾ ਸੀ, ਉਹਨਾਂ ਦਿਨਾਂ 'ਚ ਮੈਂ ਗੁਰਦੁਆਰਾ ਸੀਸਗੰਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਵਿੱਚ ਆਇਆ ਹੋਇਆ ਸੀ, ਉੱਥੇ ਹਾਜ਼ਰੀ ਭਰ ਰਿਹਾ ਸੀ। ਔਰ ਇਹ ਸਾਰਾ ਪ੍ਰੋਗਰਾਮ ਟੀਵੀ ਤੇ ਵੀ ਨਸ਼ਰ ਹੋਣਾ ਸੀ, ਔਰ ਚਾਰੋਂ ਪਾਸੇ ਥਾਂ ਥਾਂ ਤੇ ਪੋਸਟਰ ਵੀ ਲੱਗੇ ਬਹੁਤ ਵੱਡੇ, ਵੀ ਕੱਲ ਨੂੰ ਇਸ ਗੁਰੂ ਨੂੰ ਨੋਟਾਂ ਦੇ ਨਾਲ ਸੋਨੇ ਦੇ ਨਾਲ ਤੋਲਿਆ ਜਾਏਗਾ। ਕੁਦਰਤੀ ਗੱਲ ਹੈ ਕਿ ਮਨੁੱਖ ਦੇ ਜ਼ਿਹਨ ਦੇ ਉੱਤੇ ਧਨ ਦਾ ਬਹੁਤ ਵੱਡਾ ਪ੍ਰਭਾਵ ਹੈ। ਸਿਆਣੇ ਕਹਿੰਦੇ ਕਬੀਰ ਮਹਾਤਮਾ ਬੁੱਧ ਨਾਲੋਂ ਬਿਲਕੁਲ ਘੱਟ ਨਹੀਂ ਸੀ, ਰਵਿਦਾਸ ਸਵਾਮੀ ਮਹਾਵੀਰ ਨਾਲੋਂ 1 ਇੰਚ ਵੀ ਪਿੱਛੇ ਨਹੀਂ ਹੈ, ਬਾਬਾ ਫਰੀਦ ਸਦਨਾ ਤੇ ਸੈਨ ਕ੍ਰਿਸ਼ਨ ਦੀ ਗੀਤਾ ਨਾਲੋਂ ਪਿੱਛੇ ਨਹੀਂ ਨੇ, ਰਾਮ ਦੇ ਬੋਲਾਂ ਨਾਲੋਂ ਪਿੱਛੇ ਨਹੀਂ। ਪਰ ਹਿੰਦੁਸਤਾਨ ਵਿੱਚ ਜਿਤਨੀ ਗੱਲ ਰਾਮ ਦੀ ਹੋਈ, ਜਿਤਨੀ ਕ੍ਰਿਸ਼ਨ ਦੀ ਹੋਈ, ਉਤਨੀ ਰਵਿਦਾਸ ਦੀ ਨਹੀਂ ਬਣ ਸਕੀ, ਉਤਨੀ ਕਬੀਰ ਦੀ ਨਾ ਬਣ ਸਕੀ। ਜਿਤਨੀ ਗੱਲ ਮਹਾਤਮਾ ਬੁੱਧ ਦੀ ਹੋਈ, ਸਵਾਮੀ ਮਹਾਵੀਰ ਦੀ ਹੋਈ, ਉਤਨੀ ਗੱਲ ਸਦਨੇ ਦੀ ਨਹੀਂ ਬਣ ਸਕੀ, ਸੈਣ ਦੀ ਨਹੀਂ ਬਣ ਸਕੀ, ਤ੍ਰਿਲੋਚਨ ਦੀ ਨਹੀਂ ਬਣ ਸਕੀ। ਜੇ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਮਹਾਂਪੁਰਖਾਂ ਦੀ ਬਾਣੀ ਸੰਭਾਲ ਕੇ ਨਾ ਰੱਖਦੇ, ਕਿ ਮੈਂ ਕਰਨੀ ਜਗਤ ਵਿੱਚ ਖੋ ਗਈ ਸੀ ਫਿਰ। ਕਿਉਂਕਿ ਮੈਂ ਪ੍ਰਤੱਖ ਦੇਖਿਆ, ਸ਼੍ਰੀ ਨਾਮਦੇਵ ਜੀ ਮਹਾਰਾਜ ਦਾ 600 ਸਾਲਾ ਪੁਰਬ ਮਨਾਇਆ ਮਹਾਰਾਜ ਮਰੱਠੇ ਲੋਕਾਂ ਨੇ, ਔਰ ਗੌਰਮੈਂਟ ਪੱਧਰ ਤੇ ਮਨਾਇਆ ਗਿਆ। ਮਹਾਰਾਸ਼ਟਰ ਦੀ ਜਿਹੜੀ ਗੌਰਮੈਂਟ ਹੈ ਉਸਨੇ ਆਪਣੇ ਪੱਧਰ ਤੇ ਬਹੁਤ ਲੰਬਾ ਚੌੜਾ ਖਰਚ ਕਰਕੇ ਭਗਤ ਨਾਮਦੇਵ ਜੀ ਮਹਾਰਾਜ ਦਾ ਜਨਮ ਦਿਨ ਮਨਾਇਆ, ਕਿਉਂਕਿ ਭਗਤ ਨਾਮਦੇਵ ਜੀ ਮਹਾਰਾਜ ਮਹਾਰਾਸ਼ਟਰੀਅਨ ਸਨ। ਤਾਂ ਕੁਦਰਤੀ ਗੱਲ ਹੈ, ਸ਼੍ਰੀ ਗੁਰੂ ਸਿੰਘ ਸਭਾ ਬੰਬਈ ਨੂੰ ਵੀ ਮਦੌ ਕੀਤਾ ਗਿਆ ਵੀ ਤੁਸੀਂ ਵੀ ਸ਼ਾਮਲ ਹੋਵੋ ਭਗਤ ਨਾਮਦੇਵ ਜੀ ਮਹਾਰਾਜ ਦੇ ਜਨਮ ਦਿਨ ਵਿੱਚ। ਤਾਂ ਸੁਭਾਵਿਕ ਦਾਸ ਨੂੰ ਬੁਲਾਇਆ, ਬਹੁਤ ਸਾਰੇ ਮਰੱਠੇ ਸੱਜਣ ਬੈਠੇ, ਬਹੁਤ ਸਾਰੇ ਸਿੰਘ ਬੈਠੇ। ਮਹਾਰਾਸ਼ਟਰੀਅਨ ਲੋਕਾਂ ਦੀਆਂ ਕੀਰਤਨ ਮੰਡਲੀਆਂ ਆਈਆਂ, ਕੋਈ ਮੀਰਾਂ ਦੇ ਗੀਤ ਗਾਉਂਦਾ ਰਿਹਾ, ਕੋਈ ਬ੍ਰਹਮਾਨੰਦ ਦੇ ਭਜਨ ਗਾਉਂਦਾ ਰਿਹਾ, ਕੋਈ ਸੂਰਦਾਸ ਦੇ ਸ਼ਬਦ ਗਾਉਂਦਾ ਰਿਹਾ। ਔਰ ਇਸ ਤਰੀਕੇ ਨਾਲ 2-2.5 ਘੰਟੇ ਪਾਸ ਹੋਏ।
फिर मैनू अद्धा घंटा बोलण वास्ते आख्या गया। मैं कहा मैनू तो इंज जापदा जैसे मीरां दा जन्मदिन मनाया गया या ब्रह्मानंद का जन्मदिन मनाया गया या सूरदास का जन्मदिन नामदेव का नहीं मनाया गया, क्योंकि नामदेव का कोई शब्द ही नहीं सुनाया गया। कहने लगे नामदेव के कुछ गीत ने, तो गुरु ग्रंथ साहब दे चों 4-5 शब्द रख के मैं उन्हां दी व्याख्या की थी। महाराष्ट्रियन गौरमेंट के मुखी नेता नूं कबूल करना पिया कि सिख जगत ते सिख जगत के गुरु साहिबान जे नामदेव की यह दौलत संभाल के ना रखते अज साडे कोल नहीं होनी सी। उन्होंने एहसान मनिया सी, कबूलिया। तो मैं अर्ज करा जितनी गल महात्मा बुद्ध की ते स्वामी महावीर की बनी नामदेव की नहीं बन सकी, सदना सैन की ना बन सकी। पता क्यों कि आम बंदा धन तो ही प्रभावित होता है। राम राजा सी, श्री कृष्ण द्वारका के राजा सन, महात्मा बुद्ध राजकुमार सी, राजे का लड़का सी, स्वामी महावीर का वड्डा भरा राजा सी, राजघराने चो आया। तो मनुख दे उत्ते धन का बड़ा प्रभाव भी लै राजा होंदियां होया संत है, राजा होंदियां होया भिक्षु है, राजकुमार होंदियां होया तपीश्वर है। इस गल का असर कबूल किया। कबीर की जब गल चली तो लोगों ने कह दिता जुलाया ही है और की है। लोग ताने मारते सन, जुलाया ही है और की है। और खुद कहन कबीर, कबीर मेरी जात को सब कोई हंसने बलहारी, इस जात को जै जप्यो सिरजनहार। लोग तो मेरी जात का मजाक उड़ाते हैं। रविदास भी कहते हैं कि मेरी जात कमीनी पात कमीनी ओछा जन्म हमारा। लोग कहते हैं मेरी जात बड़ी नीवी है, मैं जात करके बड़ा नीवा। तो लोग अंदाजा कर लेंदे सन की है, जुतियां ही गंढदा पिया चौक दे चौर की है, ये जुलाहा है और की है, वो सदना कसाई ते सी होर की है। तो धनवान ये पुरुष नहीं सन। आम मनुख धन का असर कबूल करता है तो राम ते अवतार बन गया, राम ते संत करके पूजया गया, श्री कृष्ण भी संत करके पूजे गए, महात्मा बुद्धि भी बड़ी चर्चा चली, सदने नूं थां नहीं मिली, कबीर नूं थां ना मिली, नामदेव नूं थां नहीं मिली। सियाणे ब्रह्म ज्ञानी पुरुष कहते ने कबीर नामदेव महात्मा बुद्ध तो 1 इंच भी पिछे नहीं ने। कृष्ण की गीता के फिलसफे तो भगत नामदेव के बोल पिछे नहीं ने, बड़े कीमती बोल ने। पर चूंकि बंदे आम इस ढंग का अंदाजा लाते हैं कि धनवान होके संत बनया है तो फिर उसकी महिमा बड़ी हो जाती है। गरीब घरानियां दे ये पुरुष है, इन्हां दे बोलां दी कदर आम दुनियादार बंदियां ने नहीं पाई। ते करीबन जिहड़ी दुनिया की कदर करन वाले मनुख सन वही उन्हां अवतारां दे आले दुआले खड़े होए, उन्हां अवतारां दे बचन नहीं मने। ये नहीं समझना चाहिए कि हिंदू जगत ने कृष्ण की गीता नूं मन लिया, नहीं, वो कृष्ण नाल जरूर जुड़े ने, कृष्ण की गीता नाल नहीं जुड़े। उन्हां दी कृष्ण लीला वेखो, नाच गाना ही हो रहा और कुछ नहीं। नचण कुदण मन का चाओ, नानक जिन मन भाव ते ना मन भाव। रास लीला हो रही है, राधा नच रही है, कृष्ण जी नच रहे हैं, ग्वाले नचाए जा रहे हैं। जद गए मेरे पातशाह बिंद्राबन दे उपदेश देने वास्ते तो सारे लोग आके कहने लगे महाराज चलो रास पै रही है, कृष्ण लीला हो रही है, वेखो। भादरों के दिन सन ते भादरों के दिनों में मथुरा के वृंदावन के रास लीला चलती है। तो वेखो साहब कहने लगे थे वेख रहे हैं असी, और सिर्फ भादरों के महीने च नहीं वेखते सी, 12 महीने वेखते हैं, हर वक्त वेखते हैं। मरदाना संगीत का शौकीन, राग का शौकीन कहने लगा पातशाह जब इतने लोग कहन तरले लेंदे चलिए कोई संगीत दियां धुनां ही सुनांगे, कोई नवी गल करनगे संगीत की। साहब कहने लगे संगीत के भांडे उत्थे सखणे ने, विचे कुछ नहीं। संगीत एक सोने का भांडा है, बर्तन है, कि बंदा 4 दिन का भुखा होवे कि सोने के भांडे अगों कर दो, भुख मिटेगी। भांडियां च कुछ चाहिए, भांडियां च भोजन चाहिए। साहब कहने लगे मरदाने उत्थे संगीत सखना है, संगीत दे च रब दा नां कोई नहीं, प्रभु की बंदगी कोई नहीं, सखने भांडे ने। करीबन जगत दे इस तरह के सखने भांडे सन। संगीत के भांडे दे पहली दफा भोजन परोसिया गुरु नानक ने। उस भांडे दे कुछ सौगात पाई, कुछ दौलत पाई।
तो ब्राह्मण हैरान हो गए, महाराज तुसी 8 पैर ते 12 महीने किहड़ी रास वेखदे हो? ਇੱਥੇ ਤੇ ਭਾਦਰੋਂ ਦੇ ਮਹੀਨੇ 'ਚ ਪੈਂਦੀ ਹੈ ਰਾਸ ਹਿੰਦੁਸਤਾਨ ਦੇ 'ਚ, ਖਾਸ ਕਰਕੇ ਮਥੁਰਾ ਤੇ ਬਿੰਦਰਾਬੰਦ ਦੇ 'ਚ। ਮਹਾਰਾਜ ਕਹਿੰਦੇ ਨੇ ਘੜੀਆਂ ਸੱਬੇ ਗੋਪੀਆਂ, ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਰਦਨ, ਵਰਤਣ ਸਗਲ ਜੰਜਾਰ। ਸੂਰਜ ਕ੍ਰਿਸ਼ਨ ਹੈ, ਚੰਦਰਮਾ ਰਾਧਾ ਹੈ। ਇਹਦੇ ਨੱਚਣ ਦੇ ਨਾਲ ਘੜੀਆਂ ਦੀਆਂ ਗੋਪੀਆਂ ਨੱਚਦੀਆਂ ਨੇ। ਦਿਨ ਦੀਆਂ ਤੇ ਰਾਤ ਦੀਆਂ ਕੋਈ 60 ਘੜੀਆਂ ਮੰਨੀਆਂ ਗਈਆਂ, ਇੱਕ ਇੱਕ ਘੜੀ ਲੰਘਦੀ ਹੈ। ਜਿਹੜੇ ਰੁੱਤ ਨੇ ਤੇ ਜਿਹੜੇ ਪਹਿਰ ਨੇ, ਸਾਹਿਬ ਕਹਿੰਦੇ ਨੇ ਤੇ ਗਵਾਲੇ ਨੇ, ਇਹਨਾਂ ਗੋਪੀਆਂ ਦੇ ਨਾਲ ਪੈ ਨੱਚਦੇ ਨੇ। ਪਹਿਲਾ ਪੈਰ ਦਿਨ ਦਾ ਗਿਆ, ਫਿਰ ਦੂਜਾ ਨੱਚ ਕੇ ਚਲਾ ਗਿਆ, ਤੀਜਾ ਨੱਚ ਕੇ ਚਲਾ ਗਿਆ, ਚੌਥਾ ਨੱਚ ਕੇ ਚਲਾ ਗਿਆ, ਫਿਰ ਰਾਤ ਦਾ ਪਹਿਲਾ ਪੈਰ ਆ ਗਿਆ, ਇਹਨੇ ਵੀ ਨੱਚ ਟੱਪ ਕੇ ਚਲੇ ਜਾਣਾ, ਫਿਰ ਦੂਜਾ ਆ ਜਾਏਗਾ, ਤੀਜਾ ਆ ਜਾਏਗਾ, ਚੌਥਾ। ਸਾਹਿਬ ਕਹਿੰਦੇ ਨੇ ਗਵਾਲੇ ਨੇ ਨੱਚਦੇ ਪਏ ਨੇ, ਘੜੀਆਂ ਨੱਚਦੀਆਂ ਪਈਆਂ ਨੇ। ਇਹ ਕ੍ਰਿਸ਼ਨ ਸੂਰਜ ਨੱਚਦਾ ਪਿਆ, ਇਹ ਰਾਧਿਕਾ ਚੰਦਰਮਾ ਇਹ ਵੀ ਨੱਚ ਰਿਹਾ, ਜਿਵੇਂ ਰਾਧਾ ਦੀ ਮਹਿਮਾ ਕ੍ਰਿਸ਼ਨ ਕਰਕੇ ਹੈ, ਚੰਦਰਮਾ ਦੇ ਚ ਰੋਸ਼ਨੀ ਸੂਰਜ ਕਰਕੇ। ਸਾਹਿਬ ਕਹਿੰਦੇ ਨੇ ਇਹ ਰਾਸ ਪਰਿਪੂਰਨ ਪਰਮਾਤਮਾ ਨੇ ਰਚਾਈ ਹੋਈ ਹੈ, ਅਸੀਂ ਵੇਖਦੇ ਹੀ ਰਹਿੰਦੇ ਹਾਂ, ਸਾਨੂੰ ਵੇਖਣ ਦੀ ਲੋੜ ਨਹੀਂ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਿਖਿਆ। ਅਸੀਂ ਉਸ ਦੀ ਇਸ ਕੁਦਰਤ ਦੇ ਚੋਂ ਕਾਦਰ ਦੀ ਝਲਕ ਵੇਖਦੇ ਹਾਂ। ਤਾਂ ਮੈਂ ਅਰਜ਼ ਕਰਾਂ, ਇਸ ਤਰ੍ਹਾਂ ਦੀ ਹਕੀਕਤ ਜਦ ਸਾਹਮਣੇ ਰੱਖੀ ਤਾਂ ਮਹਾਰਾਜ ਨੇ ਸਪਸ਼ਟ ਕਰ ਦਿੱਤਾ, ਤੁਸੀਂ ਕ੍ਰਿਸ਼ਨ ਨਾਲ ਜ਼ਰੂਰ ਜੁੜੇ ਹੋ, ਕ੍ਰਿਸ਼ਨ ਦੇ ਬੋਲਾਂ ਨਾਲ ਨਹੀਂ ਜੁੜੇ। ਤੁਸੀਂ ਸਰੀਰ ਨਾਲ ਜੁੜੇ ਹੋ, ਜੋਤ ਨਾਲ ਨਹੀਂ ਜੁੜੇ। ਜੇ ਗੀਤਾ ਪੜ੍ਹੀਏ ਤਾਂ ਗੱਲ ਕੁਛ ਹੋਰ ਹੈ, ਤੇ ਜੇ ਰਾਸ ਲੀਲਾ ਵੇਖੀਏ ਤਾਂ ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤੇ ਨਾ ਮਨ ਭਾਓ। ਜੇ ਨਾਚ ਹੀ ਵੇਖਣਾ ਤੇ ਥੀਏਟਰ ਬਥੇਰੇ ਨੇ, ਮੰਦਰਾਂ 'ਚ ਜਾਣ ਦੀ ਕੀ ਲੋੜ ਹੈ? ਮੰਦਰ ਨਾਚ ਦੇ ਅਖਾੜੇ ਬਣ ਗਏ ਸਨ, ਮੰਦਰਾਂ ਦੇ ਕੋਰਾ ਨਾਚ ਰਹਿ ਗਿਆ ਸੀ। ਕਿਸੇ ਕਿਸੇ ਥਾਂ ਅਜੇ ਵੀ ਇਹੀ ਹੈ, ਮਨ ਦਾ ਹੀ ਪਰਚਾਵਾ ਹੈ। ਗੁਰੂ ਨਾਨਕ ਕਹਿੰਦੇ ਨੇ ਇਹ ਮਨ ਦਾ ਪਰਚਾਵਾ ਹੋ ਸਕਦਾ, ਬੰਦਗੀ ਨਹੀਂ ਹੈ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤੇ ਨਾ ਮਨ ਭਾਓ। ਕਲਗੀਧਰ ਪਾਤਸ਼ਾਹ ਕਹਿੰਦੇ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੇ ਆਵਤ ਲਾਜਾ। ਜਿਹੜੇ ਪ੍ਰਭੂ ਦੇ ਭਜਨ ਕਰਨ ਵਾਲੇ ਭਗਤ ਨੇ, ਉਹਨਾਂ ਨੂੰ ਤੇ ਇਸ ਤਰ੍ਹਾਂ ਦੇ ਨੱਚਣ ਕੁੱਦਣ ਦੇ ਸ਼ਰਮ ਆ ਜਾਂਦੀ ਹੈ, ਤੇ ਮਨ ਦਾ ਪਰਚਾਵਾ ਔਰ ਕੀ ਹੈ? ਕੋਈ ਭਗਤੀ ਥੋੜੀ ਹੈ, ਬੰਦਗੀ ਥੋੜੀ ਹੈ। ਤਾਂ ਮੈਂ ਅਰਜ਼ ਕਰਾਂ, ਨਾਮਦੇਵ ਤੇ ਬਾਕੀ ਦੇ ਜਿਹੜੇ ਭਗਤ ਨੇ, ਇਹਨਾਂ ਦੇ ਬੋਲ ਬੜੇ ਕੀਮਤੀ ਸਨ, ਪਰ ਧਨ ਦੀ ਤਾਕਤ ਪਿੱਛੇ ਨਹੀਂ ਸੀ, ਉੱਚੀ ਜ਼ਾਤ ਦੀ ਤਾਕਤ ਵੀ ਨਹੀਂ ਸੀ। ਜ਼ਾਤ ਕਰਕੇ ਵੀ ਉੱਚੇ ਨਹੀਂ, ਧਨ ਕਰਕੇ ਵੀ ਉੱਚੇ ਨਹੀਂ। ਤੇ ਜਿਨ੍ਹਾਂ ਦੇ ਦਿਲ ਦਿਮਾਗ ਦੇ ਬਹੁਤਾ ਪ੍ਰਭਾਵ ਧਨ ਦਾ ਹੈ ਤੇ ਜ਼ਾਤ ਦਾ ਹੈ, ਉਹ ਕਬੀਰ ਦੇ ਆਲੇ ਦੁਆਲੇ ਇਕੱਠੇ ਨਹੀਂ ਹੋ ਸਕੇ, ਉਹ ਨਾਮਦੇਵ ਦੇ ਆਲੇ ਦੁਆਲੇ ਇਕੱਠੇ ਨਹੀਂ ਹੋ ਸਕੇ। ਉਹ ਸ਼੍ਰੀ ਰਾਮ ਦੇ ਆਲੇ ਦੁਆਲੇ ਜ਼ਰੂਰ ਇਕੱਠੇ ਹੋਏ, ਉਹ ਸ੍ਰੀ ਕ੍ਰਿਸ਼ਨ ਦੇ ਆਲੇ ਦੁਆਲੇ ਜ਼ਰੂਰ ਇਕੱਠੇ ਹੋਏ, ਉਹ ਮਹਾਤਮਾ ਬੁੱਧ ਦੇ ਆਲੇ ਦੁਆਲੇ ਜ਼ਰੂਰ ਇਕੱਠੇ ਹੋਏ, ਤੇ ਸਵਾਮੀ ਮਹਾਵੀਰ ਦੇ ਵੀ ਆਲੇ ਦੁਆਲੇ ਇਕੱਠੇ ਹੋਏ। ਕਬੀਰ ਦੀ ਬਾਣੀ ਜ਼ਰੂਰ ਪੜ੍ਹ ਲਈ, ਲੇਕਿਨ ਜਦ ਕਬੀਰ ਦੇ ਬੋਲਾਂ ਦੇ ਪੂਜਣ ਦੀ ਗੱਲ ਆਈ, ਬਈ ਤੇ ਸ਼ਬਦ ਨੇ, ਅਲਹਾਮ ਨੇ, ਰੱਬੀ ਗੱਲ ਹੈ, ਉਦੋਂ ਇਨਕਾਰੀ ਹੋ ਗਏ। ਬਈ ਨਹੀਂ, ਮਾੜੀ ਮੋਟੀ ਥਾਂ ਦੇ ਸਕਦੇ ਹਾਂ, ਹਿਰਦੇ 'ਚ ਨਹੀਂ। ਤੋ ਕਬੀਰ ਵਾਸਤੇ ਭਾਰਤ ਵਾਸੀਆਂ ਦੇ ਹਿਰਦੇ 'ਚ ਕੋਈ ਥਾਂ ਨਹੀਂ। ਮੈਂ ਕਿਸੇ ਥਾਂ ਤੇ ਗੂੜੇ ਢੰਗ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਹੈ, ਹੋ ਸਕਦਾ ਮੇਰਾ ਇਹ ਨਜ਼ਰੀਆ ਗਲਤ ਹੋਵੇ। ਸਿੱਖ ਜਗਤ ਵੀ ਕੋਈ ਬਹੁਤਾ ਸਨਮਾਨ ਨਹੀਂ ਦੇ ਸਕਿਆ। ਦਰਬਾਰ ਸਾਹਿਬ ਦੇ 'ਚ ਵਾਕ ਆਉਂਦਾ ਹੈ, ਜਦ ਮਹੱਲਾ ਪਹਿਲਾ, ਤਾਂ ਜਿਤਨੇ ਸਰੋਤੇ ਬੈਠਣ ਨਾ ਅੰਮ੍ਰਿਤ ਵੇਲੇ, ਸਾਰਿਆਂ ਦੀ ਰਸਨਾ ਤੋਂ ਨਿਕਲ ਜਾਂਦਾ ਹੈ ਧੰਨ ਗੁਰੂ ਨਾਨਕ। ਜੇ ਮਹੱਲਾ ਤੀਜਾ ਆ ਜਾਏ ਤਾਂ ਸਾਰੇ ਕਹਿ ਦਿੰਦੇ ਨੇ ਧੰਨ ਗੁਰੂ ਅਮਰਦਾਸ, ਨਿਕਲਦਾ, ਸੁਭਾਵਕ ਨਿਕਲਦਾ। ਮਹੱਲਾ ਪੰਜਵਾਂ ਆ ਜਾਏ, ਸਾਰਿਆਂ ਦੀ ਜ਼ੁਬਾਨ ਚੋਂ ਨਿਕਲਦਾ ਹੈ ਧੰਨ ਗੁਰੂ ਅਰਜਨ ਦੇਵ ਜੀ। ਤੇ ਜੇ ਆ ਜਾਏ ਬਾਣੀ ਸ੍ਰੀ ਕਬੀਰ ਜੀ, ਕੋਈ ਨਹੀਂ ਕਹਿੰਦਾ ਧੰਨ ਕਬੀਰ, ਚੁੱਪ ਹੋ ਜਾਂਦਾ, ਬਿਲਕੁਲ ਚੁੱਪ ਹੋ ਜਾਂਦਾ। ਆਇਆ ਵਾਕ, ਇਹ ਵੀ ਗੁਰੂ ਦਾ ਸ਼ਬਦ ਹੈ, ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਵਾਕ ਹੈ। ਕੀ ਗੱਲ ਹੈ? ਕਹਿੰਦੇ ਨੇ ਮਨੁੱਖ ਦੇ ਅਚੇਤਨ ਮਨ ਵਿੱਚ ਖਿਆਲ ਆ ਜਾਂਦਾ, ਜੁਲਾਹਾ ਹੀ ਹੈ, ਔਰ ਕੀ ਹੈ? ਛੀਂਬਾ ਹੀ ਸੀ, ਉਹ ਨਾਈ ਸੀ, ਉਹ ਕਸਾਈ ਸੀ ਸਦਨਾ, ਔਰ ਕੀ ਸੀ? ਗਰੀਬ ਸਨ, ਨਿਰਧਨ ਸਨ। ਮਨੁੱਖ ਦੇ ਅਚੇਤਨ ਮਨ ਵਿੱਚ ਇਹ ਕੁਰਨੇ ਹੈਗੇ ਨੇ, ਇਹ ਖਿਆਲ ਹੈਗੇ ਨੇ। ਵਰਨਾ ਇਹਨਾਂ ਮਹਾਂਪੁਰਸ਼ਾਂ ਦੀ ਜਿਹੜੀ ਬਾਣੀ, ਇਹਦੇ ਬਾਰੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਸੁਰਨਰ ਤਿਨ ਕੀ ਬਾਣੀ ਗਾਵੇ, ਕੋਈ ਨਾ ਸਕੇ ਮਿਟਾਈ। ਇਹਨਾਂ ਮਹਾਂਪੁਰਖਾਂ ਦੇ ਬਚਨ ਦੇਵੀ ਦੇਵਤੇ ਵੀ ਗਾਣਗੇ, ਰੂਹੇ ਜ਼ਮੀਨ ਦੀ ਕੋਈ ਤਾਕਤ ਇਹਨਾਂ ਦੇ ਬਚਨ ਨਹੀਂ ਮਿਟਾ ਸਕੇਗੀ। ਇਹ ਉਹ ਨੇ। ਖੈਰ, ਲੰਬੀ ਚੌੜੀ ਜਦ ਵਿਚਾਰਧਾਰਾ ਚਲੀ, ਉਸ ਤਰਕਬਾਜ਼ ਨਾਲ ਜਿਹੜਾ ਮੇਰੇ ਕੋਲ ਆਇਆ, ਸੁਭਾਵਿਕ ਦਿੱਲੀ, ਕਹਿਣ ਲੱਗਾ, ਗਿਆਨੀ ਜੀ ਤੁਸੀਂ ਕਿਤਨੀ ਗੱਲ ਕਰੋ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਸਾਡਾ ਗੁਰੂ
धन नाल तोलिया जाएगा और तराजू वो चांदी दी है और ਉਹਦੇ 'ਚ एक पलड़े 'ਚ गुरु ਨੂੰ बिठाया जाएगा, एक पलड़े 'ਚ धन। जगत ਨੂੰ पता चलेगा ਸਾਡੇ गुरु ਦੀ महिमा की है, ਸਾਡੇ गुरु ਦੀ गल की है। ਤੇ बकायदा तकड़ी ਦੇ ਉੱਤੇ ਜਿਹੜੇ ਬੋਲ ਲਿਖੇ ਉਹ ਆਪੇ ਕੰਡਾ ਤੋਲ ਤੁਰਾ ਜੀ। ਇਸ ਤਰ੍ਹਾਂ ਦੇ ਜਿਤਨੇ ਪਖੰਡੀ ਨੇ ਆਸਰਾ ਬਾਣੀ ਦੇ ਲੈਂਦੇ ਉਹਨੂੰ ਚੱਲ ਨਹੀਂ ਸਕਦੇ, ਇੱਕ ਕਦਮ ਨਹੀਂ ਚੱਲ ਸਕਦੇ। ਇੱਕ ਕਦਮ ਚੱਲਣਾ ਇਹਨਾਂ ਵਾਸਤੇ ਔਖਾ ਹੈ। खैर जब वो इस तरीके का दावा करने लगा, मैं कि गल कम सारा हो जाए फिर चर्चा करांगे, अजे नहीं। खैर मैं टीवी 'ਚ ਇਹ सिलसिला देखिया, कोई 9 ਵਜੇ तो बाद मैं जब अपने प्रोग्राम तो फारिग होया कि सारा दृश्य दिखाया गया तो देश के बड़े बड़े मंत्री भी उत्थे पहुंचे हुए और तराजू के एक पलड़े 'ਚ बैठ के दूसरे 'ਚ नोट रखे गए, करंसी, और तोलिया जा रहा सी। दूजे दिन भी वह पुरुष आया, मेरी जबान तो कहलाना चाहता सी कि अजोके समय दे ये महान संत ते गुरु रहे, वेख लो महिमा इन्हां दी। आया मेरे कोल, कहन लगा गुरु दी महिमा वेख लई। मैं कहा वेख लईए, हुण तुहाडे की ख्याल ने साडे गुरु बारे? मैं कहा ओही जिहड़े हमेशा ही सुणदे। तो औखा होके कहन लगा थोड़े ते कोई असर नहीं। मैं कहा असर मैं कबूल करांगा, पहले मेरे 2-4 शब्दां दा जवाब दे। तकड़ी आलमे वजूद विच क्यों आई, तराजू दी लोड़ क्यों पै गई? कहंदे ने जद संसार विच सिक्का नहीं सी, करंसी नहीं सी, पैसा धेला नहीं सी, तां वस्तुआं दे बदले वस्तुआं दित्तियां जांदियां सन। गऊ दे दित्ती, मੱਝ ले लई, 2 मੱਝਾਂ दे दित्तियां, एक उठ ले आंदा, 4 उठ दे दिते, एक हाथी ले आंदा, 2 बकरियां दे दित्तियां, 8 बोरियां कणक ले आए। इस तरह ही चलता सी, वस्तु दे बदले वस्तु। पैसा नहीं सी, पैसा धेला नहीं सी। साग सब्जी लैनी है, दाने दे दो, साग सब्जी। समुची दुनिया च ही कुछ सी जद सिक्का नहीं सी। सारी दुनिया दे च वस्तु दे बदले वस्तु दित्ती जांदी सी ते वस्तु ही धन सी, चीज ही धन सी, वस्तु धन सी। और दूर ना जाइए, देश की वंड तो पहले मैं अपनी अखां नाल वेख्या, अफगानिस्तान तो पठान लोग ये खुश्क मेवा वेचण वास्ते आउंदे सन। तो मैनू अपने पिंड की गल याद है, लोकी एक छाबे च दाने रख देंदे सन, दूजे छाबे च अखरोट ले लेंदे सन, बदाम लेंदे सन। पैसे धेले दी इतनी कोई गल ही नहीं सी, वस्तु दे बदले वस्तु, ये आम चलती सी। हुण 2 चीज़ां बराबर कीतियां जान, वध घट ना होवन, तराजू की लोड़ पई, तुला की लोड़ पई, तकड़ी की लोड़ पई। मैं कहा एक छाबे विच, एक पलड़े 'ਚ तेरा गुरु बैठा ते दूजे छाबे विच किन्ने क नोट सन, किन्ना क धन सी? आखण लगा 9 लाख के नोट सन। तो मैं कहा तेरे गुरु की कीमत 9 लाख, 2 पलड़े बराबर हो गए, इस तो ज्यादा नहीं। तो मैं कहा इस देश दे अरबांपति मौजूद ने, करोड़ांपति मौजूद ने, जिन्हां दी पैरां दी खाक भी तेरा गुरु नहीं है, क्योंकि तकड़ी नाल तुल गया, 2 पलड़े बराबर हो गए, वस्तु दे सामने वस्तु बराबर हो गई। गुरु की कीमत 9 लाख है, इस तो ज्यादा नहीं। और जेड़ा गुरु होंदा है, जिसनू रब्बी जोत कहंदे ने, रब्बी ज्ञान कहंदे ने, वो पैसिਆਂ नाल नहीं तोलिया जाता। ते जेड़ा अपने आप नू पैसिਆਂ नाल तुलाण ते राजी हो गया है, वो कोई संसारी हो सकता है, निरंकारी नहीं है। ये झूठ है, फरेब है। हाँ, जिन्हां दी अकल नहीं कम करती, क्योंकि इस दुनिया विच धार्मिक तौर पर कईयां दी अकल नहीं कम करती, तुसीं उन्हां नूं वरगला सकदे। शब्द की भेटा हो सकती है, गुरु की भेटा हो सकती है, ज्ञान की भेटा हो सकती है, ज्ञान नूं तोलिया नहीं जा सकता। तो गुरु का मतलब तो ज्ञान, ते गुरु तुहाडा तोलिया गया, गल खत्म हो गई। 9 लाख उसकी कीमत है, इस तो ज्यादा नहीं। आखण लगा इस ढंग नाल भी सोचिया जाता है? तो मैं कहा हाँ, जिन्होंने गुरबाणी का बोध है वो इस ढंग नाल भी सोचते हैं। मूर्खां दे उत्ते इस गल का प्रभाव पाओ कि गुरु साडा तोलिया गया। और बड़ी चर्चा सी अखबारां च, लोग इस गल की बड़ी महिमा पे जाहिर करते सन थां थां दे उत्ते भी अज गुरु साडा तोलिया गया, धन दे नाल तोलिया गया। मैं उन्होंने कहा भी नेहरू नूं सोने नाल तोलिया गया सी, वो सोना 50 लाख तो भी ज्यादा दा सी जद तोलिया गया सी।
शास्त्री नूं सोने नाल तोलिया गया सी मद्रास विच, वो भी 50-60 लाख तो ज्यादा दा सोना सी। फिर तेरा गुरु की उसके सामने कुछ भी नहीं, गल खत्म हो गई, सिलसिला खत्म हो गया, जवाब नहीं बनया उसके को। तो खैर भगत रविदास जी महाराज गल खोल देने, तरतार अपवित्र कर मानिए रे जैसे कागरा करत विचारंग, भगत भगवत लिखे ते ऊपरे पूजिए कर नमस्कार। अपवित्र कागज के उत्ते जब भगवत की महिमा लिख दी जाती है, मस्तक झुक जाता है, मनुख सजदा करता है। ज्ञान के पुजारी असी, कागज के नहीं। अखबार पढ़ते हैं, चुक के परे सुट देंगे हैं। अगर कागज के पुजारी तो उन्होंने कोई नहीं मत्था पे टेकते, गलियां च लुलदा पिया थां थां ते कागज, कौन मत्था टेकता है? नहीं, असी शब्द के पुजारी, ज्ञान के पुजारी हैं। जिस दिन पहला प्रकाश होया उस दिन गुरु अर्जन देव जी महाराज दे ये महाबोल सन, बड़े कीमती। आप दा ये फरमान सी, सतगुर के शरीर हैं जो सब थान समय सब ना दरसै हैं। मेरा जिहड़ा शरीर है इहदे दर्शन तुसी सारी थां ते नहीं कर सकते, जिन्हों तुसी सतगुर कहंदे। ये एक शहर विच है, दूजे शहर विच नहीं, और ये अज है ते कल नहीं। सतगुर के शरीर हैं जो, भाई साहब भाई संतोख सिंह ने जो कुछ लिखे है मैं पढ़ के थानू सरवण करा रहा। सतगुर के शरीर हैं जो सब थान समय सब ना दरसै हैं, ग्रंथ हृदा गुरु को एहो जानो उत्तम है सब काल रहे हैं। मेरे स्वरूप ते या ते है दीरघ साहिब जान अदायब कहो। दीरघ कहंदे ने वड्डे नूं, मेरे स्वरूप तो वड्डा करके जानना, मैं अज हां ते कल नहीं, मैं एक शहर विच हां ते दूजे शहर विच नहीं। ये शब्द जुगो जुग अटल रहेगा, हर थां ते रहेगा, हर शहर विच रहेगा। जंगल विच बैठे मनुख ने जपजी साहब का पाठ शुरू कर दिता है, गुरु मेरे संग सदा है नाले गुरु कोल है। और की सफर विच है बंदा ते जाप साहब दे बोल आरंभ हो गए ने, गुरु गोबिंद सिंह जी कोल बैठे, गुरु मेरे संग सदा है नाले, सदा नाल हर वक्त संग रहने वाला गुरु चाहिए। एक ही गुरु दिल्ली बैठा होवे, विपता इत्थे पै जाए कि किस तरह करांगे, वो किस तरह बोड़ेगा। ते दूजा काहे सिमरिए जो जम्मे ते मर जाए, एको सिमरो नानका जो जल थल रिया समाए। जिदा जन्म है उदा मरण भी है। सिख जगत की एकता बनी हुई है गुरु ग्रंथ साहब के आसरे ते, पूरी ताकत लग रही है मनमुखा की, दुष्टां की, और बहुत वड्डी राजनीतिक ताकत भी लग रही है कि किसी तरीके नाल भी गुरु ग्रंथ साहब के मुकाबले ते 5-7 बंदे होर खड़े कर दो, इस कौम नूं खेरू खेरू करो। एक राजनीतिक तौर पर बहुत वड्डा हमला गालबन 30-40 सालों तो हो रहा, और उन्होंने एक गल दिस पई है कि इन्हां दी एकता भंग हो सकती है, तुसीं 4-5 गुरु बना छड्डो। तो लोकी एक एक कदम करके गुरु बनने की कोशिश करते हैं। अज थानू शब्द की गल सुनाते ने, कल कहते हैं मूर्ति, शब्द एक पासे मूर्ति, हुण मूर्ति च ध्यान जोड़ो, परसों फिर अपनी मूर्ति अगों रखते हैं। इस तरह का सिलसिला भी है। यही सहजे सहजे फिर गुरु बन जाते हैं। इत्थों ही मनुख शब्द नालों टुट जाता है। और इस वक्त 13वें 14वें गुरु का दावा नामधारी कर ही रहना। अरदास है उत्थे 13-14वां गुरु दी, मेरी गुरु गोबिंद सिंह जी तक, गुरु ग्रंथ साहब तक समाप्त नहीं की जाती। तो गुरु ग्रंथ साहब नूं गुरु ग्रंथ साहब नहीं कहते, ग्रंथ साहब कहते। गुरु तो वह है उन्हों का, बाकी ते ग्रंथ साहब ने। इस तरह के जिहड़े पुरुष ने उन्होंने अज भी करीबन भारत सरकार तो बड़ी तकवीयत मिलती है, और जब भी कभी कौमी मसला हो जाए इन्होंने कभी साथ नहीं दिता। सब स्पष्ट है, तुम 30-40 साल का इतिहास पढ़ लो, इन्होंने 3-4 लहरां दे चुके किसी ने साथ नहीं दिता, और इस कारण करके कौम हारती रही। और स्पष्ट है कि जिहड़ी भी चीज आले दुआले के प्रांतां च बनाई गई, डैम बनाए गए, उत्थों के सूबियां के हवाले कर दिते गए। पंजाब दे डैम बनाया गया, भारत सरकार का कंट्रोल। गड्डियां चलाइया गई तरह तरह के तीर्थों के नाम से, कोई गोमती एक्सप्रैस है, कोई विश्वनाथ काशी एक्सप्रैस है, कोई जगन्नाथपुरी एक्सप्रैस है, सोमनाथ मेल भी चलती है। तमाम तीर्थों के नाम उत्ते रेलां चलदियां ने हिंदुस्तान दे। एक हुण होर नवीं रेल इस 1 अक्तूबर तो चलनी है, ख्वाजा गरीब नवाज एक्सप्रैस, दिल्ली तो अजमेर तक, वो मुसलमान फकीर के नाम से। ऐलान होया सी लगातार 5-6 महीने कि गोल्डन टैंपल एक्सप्रैस चलेगी पटने साहब तो अमृतसर तक। लोग बहुत खुश होए, पर जिस दिन ये रेल चली तो अमृतसर पहुंची
इस दा नाम सी टाटा नगर एक्सप्रैस। ये भी इन्हां नूं कबूल ना होया भी ये ना इन्ने शहरां चों लंघेगी गड्डी ते लोगां दी रसना तो निकलेगा हरी मंदिर, स्वर्ण मंदिर, गोल्डन टैंपल। यह गल भी कबूल ना हो, स्पष्ट है सामने। तुसीं आखोगे कि मैं राजनीतिक मसला लै बैठा, नहीं, धार्मिक मसला लै बैठा। कोशिश है कि गुरु ग्रंथ साहब के मुकाबले ते 5-7 फर्द खड़े कर दो ते सिखां दी एकता नूं भंग कर दो, क्योंकि गुरु ग्रंथ साहब के आसरे ते इन्हां दी एकता, इन्हां दा जोड़ है, इन्हां दा इकट्ठ है। और ये भी डरदे ने कि गुरु ग्रंथ साहब के आसरे ते सारी जातां वाले नूं भी इकट्ठे कर लैणगे, क्योंकि इत्थे छींबा बैठा है, जुलाहा भी बैठा है, इत्थे चमार भी बैठा है, इत्थे नाई भी बैठा है, इत्थे कसाई दे बोल भी हैं, इत्थे मुसलमान फकीर भी बैठे हैं। तो इन्हां कोल बुनियाद बड़ी पुख्ता है, तो इस बुनियाद के आसरे ते इन्हां दी ताकत हिंदुस्तान दे विच वध जाएगी। तो जात पात के मसले भी साडे विच खड़े किए जा रहे हैं, और दिमाग विच ये गल वसाई जा रही है कि गुरुद्वारियां नाल भी जात पात जोड़ो। और मैं इतनी अर्ज करदे हां, जिस गुरुद्वारे नाल जात पात जुड़ी होवे, गुरु दा घर नहीं उस जात वाले दा घर होवेगा, गुरु दा घर नहीं है। गुरु दा घर ओ जिथे जात पात के कोई वितकरे नहीं। सिख सिर्फ सिख है और कुछ नहीं है। और सिख ही हो अपने मन को ये लालच हो गुण तोय उचरो। गुरु गोबिंद सिंह जी महाराज अपना तारुफ करांदे ने, मैं कौन हाँ। और सिख ही हो अपने मन को ये लालच हो गुण तो उचरो। हे अकाल पुरख मन करके मैं तेरा सिख हाँ, तेरी सिखिया दे नाल अपनी जिंदगी नूं तोड़न वाला, इस सिख तो बिना मैं होर कुछ भी नहीं। और सिख ही हो अपने मन को ये लालच हो गुण तोय उचरो। एक क्रांतिकारी सतगुरां दे बोल ने, बचन ने। और सदा अंग संगे अभंगंग विभूते, जिथे तुसी शब्द का पाठ करो सदा अंग संगे, ये थोड़े नाल है। गुरु मेरे संग सदा है नाल। गुर का बचन बसे जी नाले, बचन अगर जी दे नाल है, गुरु जी दे नाल है। जिथे तुसी जाओगे नाल है। जल नहीं डोबे तस्कर नहीं लेवे, भाए न साके जाले, अग नहीं जला सकती, चोर नहीं चुरा सकता, कोई डाका नहीं पै सकता इस धन दे ते नाल है। तो इस गुरु का आसरा तुसी हर वक्त पकड़ सकते हो। गुरु अर्जन देव जी महाराज का हुक्म, मेरे स्वरूप ते याते है दीरक, मेरे स्वरूप तो वड्डा करके जानना। तो हुण वड्डे ने वडियाई आप जाहिर करनी सी, तो सतगुरां ने मत्था टेकिया। ते जद सतगुरां नूं कहण लगे बैठो आप ताबे ते, महाराज कहण लगे नहीं, ये पोथी परमेश्वर का स्थान, इत्थे साक्षात परमेश्वर का स्थान है। मैं ताबे ते बैठ गया, लोगों ने जिहड़ा मत्था भी टेकना है अंदरों भावना नाल मैनू टेकना है, नहीं जिसनों मैं मत्था टेके उसे नूं सारे मत्था टेको। ताबे ते बाबा बुढ़ा जी नूं बिठाया, आप नहीं बैठे। इतिहास है, स्पष्ट इतिहास है। और हुक्म कीता मेरे स्वरूप ते या ते है दीरग, साहिब जान अदायब कह, मेरे स्वरूप तो वड्डा करके जानना। पूजो चंदन केसर को कर, धूप दिखाए के फूल चढ़े, पूजा करनी है तुसी शब्द दी। इस वास्ते स्पष्ट कह दिता कि शरीर दे दर्शन करने ने, गुरु गोबिंद सिंह जी महाराज ने साफ कह दिता, दीदार खालसे दा परचा शब्द। दीदार करने ने मेरे शरीर दे, तां गुरु पंथ दे दर्शन करना। मेरी आत्मा दे गुरजोत दे दर्शन करने ने, तां गुरु ग्रंथ साहब दे दर्शन करना। स्पष्ट कह दिता। ज्योति जोत जब सतगुरु समान लगे ने, उत्ते सिखां ने बेनती की सी, पातशाह कदी साडा दिल करे थोड़ा तन वेखना है, तो महाराज कहने लंबे चौड़े भटकण की लोड़ नहीं। सिख सो रहत पंच जो मिले, मम स्वरूप सो जानो भले, सिख पंचों में मेरो वासा, पूरन करो धरो जय आसा। पंज रहत वानिए सिख जे किधरे मिल जान, रसना ते मूल मंत्र दा जाप होवे, हिरदे विच गुरमंत्र वसिया होवे, तन ते पंज ककार ने, साहब कहने निश्चय करके जानी अज मेरे शरीर दे ही दर्शन होए, किधरे भटकण की लोड़ नहीं, धक्के खाण की तैनूं लोड़ नहीं। कोई कहे ना शरीर तो बिना गल नहीं बनती, कह दिता करो दीदार खालसे दा परचा शब्द दा। सतगुरु ने हुक्म ऐसा किया। साडी गुरु पंथ की यह मर्यादा है, ये रड़कदी पई है बहुत सारे लोगों भी, इन्हां दी एकता बनी हुई है, इन्हां दा संगठन बनया है, इन्हां दी ताकत बनी हुई है। और जब पिछले दिने ये मंग की गई भी ये गुरुद्वारा एक्ट पंजाब पद्धर ते बनया होया है, आल इंडिया पद्धर ते बने, तो ना कर गए भी तो होर ताकत बढ़ जाएगी इन्हां दी। सारे गुरुद्वारे इक्को ही संगठन दे आ जाण,
ਇੱਕੋ ਹੀ ਮਰਿਆਦਾ ਚਲੇ, ਦੂਜੀ ਗੱਲ ਨਾ ਚਲੇ, ਮਰਿਆਦਾ ਇੱਕ। ਇਹ ਵੀ ਗੌਰਮੈਂਟ ਨੂੰ ਮਨਜ਼ੂਰ ਨਹੀਂ, ਇਹ ਵੀ ਵਿਰੋਧੀਆਂ ਨੂੰ ਮਨਜ਼ੂਰ ਨਹੀਂ ਕਿ ਮਰਿਆਦਾ ਇਹਨਾਂ ਦੀ ਇੱਕ ਚਲੇ, ਕਿਉਂਕਿ ਏਕਤਾ ਹੋ ਜਾਏਗੀ। ਤੇ ਮਰਿਆਦਾ ਵੱਖ-ਵੱਖ ਕਿਉਂ ਅਕਾਲ ਤਖਤ ਦੇ ਰਹਿਤਨਾਮੇ ਤੋਂ ਚਲਾਈ ਜਾਂਦੀ ਹੈ? ਬਹੁਤ ਵੱਡੀ ਸ਼ਰਾਰਤ ਹੈ, ਬਹੁਤ ਵੱਡੀ। ਵੀ ਕਿਸੇ ਤਰੀਕੇ ਨਾਲ ਤੇ ਖੇਰੂ ਕਰੋ, ਕਿਸੇ ਤਰੀਕੇ ਨਾਲ ਤੇ ਵੱਖ-ਵੱਖ ਕਰੋ। ਚਲੋ ਮਰਿਆਦਾ ਵੱਖ-ਵੱਖ ਕਰ ਦੋ, ਕੱਲ ਨੂੰ ਕਹਿ ਦਿਆਂਗੇ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਮੇਲ ਨਹੀਂ ਬੈਠਦਾ, ਫਿਰ ਹੋਰ ਧੜੇ ਖੜੇ ਕਰ ਦਿੱਤੇ ਜਾਣਗੇ। ਤਾਂ ਮਰਿਆਦਾ ਇੱਕੋ ਹੀ ਹੈ, ਚਾਹੇ ਅਖੰਡ ਪਾਠ ਸਾਹਿਬ ਰੱਖਣ ਦੀ ਹੈ। ਮਰਿਆਦਾ ਇਹ ਹੈ ਕਿ ਜਿੱਥੇ ਗੁਰੂ ਬੋਲ ਰਿਹਾ ਹੈ, ਅਖੰਡ ਪਾਠ ਚੱਲ ਰਿਹਾ ਹੈ, ਉੱਥੇ ਕੋਈ ਵਿਅਕਤੀ ਵਿਆਖਿਆ ਨਹੀਂ ਕਰ ਸਕਦਾ, ਉੱਥੇ ਕੀਰਤਨ ਨਹੀਂ ਹੋ ਸਕਦਾ, ਉੱਥੇ ਕਥਾ ਨਹੀਂ ਹੋ ਸਕਦੀ। ਤੁਸੀਂ ਬਰਦਾਸ਼ਤ ਕਰ ਸਕਦੇ ਹੋ ਔਰ ਬਰਦਾਸ਼ਤ ਕਰ ਲੈਂਦੇ ਹੋ, ਖਿਮਾ ਕਰਨੀ, ਕਹਿਣਾ ਪਏਗਾ ਉਹ ਖਾਲਸਾ ਨਹੀਂ ਜਿਹਦੇ ਦਰਸ਼ਨ ਦੇ ਚੋਂ ਗੁਰੂ ਦੇ ਦਰਸ਼ਨ ਹੋਣ। ਦੀਦਾਰ ਖਾਲਸੇ ਦਾ, ਦੀਦਾਰ ਖਾਲਸੇ ਦਾ ਇਹ ਜੋ ਕੌਮੀ ਏਕਤਾ ਦੇ ਵਿੱਚ ਵਜੇ ਹੋਇਆ। ਜਿੱਥੇ ਸਤਿਗੁਰੂ ਆਪ ਬੋਲ ਰਹੇ ਹੁਣ ਦੂਜੇ ਤੀਜੇ ਦੇ ਬੋਲਣ ਦੀ ਕੀ ਲੋੜ, ਗੱਲ ਖਤਮ। ਇਸ ਵਾਸਤੇ ਮਰਿਆਦਾ ਬਣਾਈ ਗਈ ਹੈ ਕਿ ਜਿੱਥੇ ਅਖੰਡ ਪਾਠ ਹੈ ਉਹ ਅਲੱਗ ਸਿਲਸਿਲਾ, ਠੀਕ, ਰਹਿਤ ਮਰਿਆਦਾ ਬਣ ਚੁੱਕੀ ਹੈ। ਵਿਆਹ ਸ਼ਾਦੀਆਂ ਦੀ ਮਰਿਆਦਾ ਬਣ ਚੁੱਕੀ ਹੈ, ਆਨੰਦ ਕਾਰਜ ਦੀ ਮਰਿਆਦਾ ਬਣ ਚੁੱਕੀ ਹੈ, ਵਿਵਾਹ ਵਿਧੀ, ਨਾਮ ਸੰਕਰਨ, ਜਨਮ ਮਰਨ ਦੀ ਸਭ ਕੁਝ ਦੀ ਮਰਿਆਦਾ ਬਣ ਚੁੱਕੀ ਹੈ। ਲੇਕਿਨ ਉਸ ਮਰਿਆਦਾ ਦੀ ਵਿਰੋਧਤਾ ਕਿਉਂ? ਬਈ ਅਨੇਕਤਾ ਪੈਦਾ ਕਰਨੀ ਹੈ, ਵੱਖ-ਵੱਖ ਸਿਲਸਿਲੇ ਪੈਦਾ ਕਰਨੇ ਨੇ। ਹਰ ਕਦਮ ਤੇ ਸੁਚੇਤ ਰਹੋਗੇ ਤੇ ਏਕਤਾ ਬਣੀ ਰਹੇਗੀ, ਵਰਨਾ ਚਾਰੋਂ ਪਾਸੇ ਤੋਂ ਹਮਲੇ ਨੇ, ਇੱਕ ਪਾਸੇ ਨਹੀਂ, ਚਾਰੋਂ ਪਾਸੇ ਤੋਂ। ਚੈਨ ਨਾਲ ਨਾ ਸਾਡੇ ਸਤਿਗੁਰਾਂ ਨੂੰ ਬੈਠਣ ਦਿੱਤਾ ਗਿਆ, ਨਾ ਕਦੀ ਸਿੱਖਾਂ ਨੂੰ ਬੈਠਣ ਦਿੱਤਾ ਗਿਆ। ਇਤਨੀ ਮੈਂ ਅਰਜ਼ ਕਰਦੇ ਹਾਂ। ਜੇ ਗੁਰੂ ਨਾਨਕ ਨੂੰ ਭੂਤਨਾ ਬੇਤਾਲਾ ਆਖਿਆ ਕਈਆਂ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ 8 ਪੈਰ ਲੜਦੇ ਰਹੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ, ਤਾਂ 11ਵੇਂ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਵੀ ਮੁਖਾਲਫਤ ਹੈ। ਤਰ੍ਹਾਂ ਤਰ੍ਹਾਂ ਦੀਆਂ ਚੇਮੇ ਗੋਈਆਂ ਨੇ। ਤੁਹਾਨੂੰ ਸਾਵਧਾਨ ਹੋਣਾ ਪਏਗਾ, ਸੁਚੇਤ ਹੋਣਾ ਪਏਗਾ, ਕਿਉਂਕਿ ਤੁਸੀਂ ਮਨਾ ਰਹੇ ਹੋ ਪ੍ਰਕਾਸ਼ ਉਤਸਵ। ਇਸ ਸੰਬੰਧ ਵਿੱਚ ਇਹ ਜੋ ਹੈ ਪ੍ਰੋਗਰਾਮ ਚੱਲ ਰਿਹਾ ਹੈ ਪ੍ਰਕਾਸ਼ ਦਿਵਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜ਼ਮੀਨ ਦੇ ਉੱਤੇ ਬਹੁਤ ਖੁਸ਼ੀਆਂ ਭਰਾ ਦਿਨ ਸੀ ਜਦ ਸ਼ਬਦ ਨੂੰ ਐਲਾਨੀਆ ਤੌਰ ਤੇ ਕਹਿ ਦਿੱਤਾ ਗਿਆ ਕਿ ਇਹੀ ਗੁਰੂ ਹੈ, ਇਹਦੇ ਨਾਲ ਹੀ ਹਿਰਦਾ ਬਦਲਦਾ। ਤੁਸੀਂ ਸ਼ਬਦ ਦਾ ਜਾਪ ਕਰੀ ਜਾਓ, ਹਿਰਦਾ ਬਦਲ ਜਾਂਦਾ ਹੈ। ਤੁਸੀਂ ਸ਼ਬਦ ਦਾ ਜਾਪ ਕਰੀ ਜਾਓ, ਰਸ ਬਣ ਜਾਂਦਾ ਹੈ। ਤੁਸੀਂ ਸ਼ਬਦ ਦਾ ਜਾਪ ਕਰੀ ਜਾਓ, ਪ੍ਰਕਾਸ਼ ਬਣ ਜਾਂਦਾ ਹੈ। ਕਿਸੇ ਮਨੁੱਖ ਦੇ ਧਿਆਨ ਜੋੜੋ, ਕੱਖ ਨਹੀਂ ਬਣਦਾ, ਕੁਝ ਵੀ ਨਹੀਂ ਬਣਦਾ। ਹਜ਼ਾਰਾਂ ਮਨੁੱਖ ਇਸ ਤਰੀਕੇ ਨਾਲ ਮਨੁੱਖਾਂ ਦੇ ਧਿਆਨ ਜੋੜ ਕੇ ਖੱਪ ਗਏ ਨੇ, ਕੱਖ ਵੀ ਨਹੀਂ ਗੱਲ ਬਣਦੀ। ਸ਼ਬਦ ਦੇ ਧਿਆਨ ਜੋੜੋ, ਸ਼ਬਦ ਦਾ ਜਾਪ ਕਰੋ, ਗੱਲ ਬਣ ਜਾਂਦੀ ਹੈ। ਮੇਰੇ ਸਰੂਪ ਤੇ ਜਾਂ ਤੇ ਹਦੀਰ ਗਏ ਸਾਹਿਬ ਜਾਨ ਅਦਾਇਬ ਕਹਿ। ਸ਼ਬਦ ਦਾ ਜਾਪ ਕਰਦਿਆਂ ਜਿਹੜਾ ਅੱਗੇ ਲੰਘ ਜਾਂਦਾ, ਬਹੁਤ ਅੱਗੇ ਲੰਘ ਜਾਂਦਾ, ਦੁਆਰ ਤੇ ਪਹੁੰਚ ਜਾਂਦਾ ਹੈ, ਉਹਨਾਂ ਦੀ ਗੱਲ ਕੁਛ ਹੋਰ ਹੈ। ਔਰ ਭਾਈ ਸਾਹਿਬ, ਭਾਈ ਨੰਦ ਲਾਲ ਨੇ ਇਸ ਸੰਬੰਧ ਵਿੱਚ ਬਹੁਤ ਕੁਝ ਕਿਹਾ। 5-10 ਮਿੰਟ ਮੈਂ ਤੁਹਾਡੇ ਹੋਰ ਲਵਾਂਗਾ, ਤਾਂ ਕਿ ਮੈਂ ਕੱਲ ਜਿੱਥੇ ਇੱਕ ਲੜੀ ਨੂੰ ਅਧੂਰਾ ਛੱਡਿਆ ਸੀ, ਮੇਰੀ ਜ਼ਮੀਰ ਤੇ ਬੋਝ ਪਿਆ ਹੋਇਆ। ਨੰਦ ਲਾਲ ਕਹਿੰਦੇ ਨੇ, ਐ ਸੂਫੀਓ, ਜੇ ਕਿਧਰੇ ਤੁਹਾਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੈਸਾ ਰਹਿਬਰ ਮਿਲਦਾ, ਇਹ ਭਟਕਣਾ ਤੁਹਾਡੀ ਦੁਨੀਆ 'ਚ ਨਹੀਂ ਹੋਣੀ ਸੀ, ਇਹ ਪਰੇਸ਼ਾਨੀ ਤੁਹਾਡੀ ਦੁਨੀਆ 'ਚ ਨਹੀਂ ਹੋਣੀ ਸੀ। ਗੁਰੂ ਦੀ ਮਹਿਮਾ ਗਜ਼ਨੀ ਤੋਂ ਆਇਆ ਇਹ ਪੁਰਸ਼ ਗਾਇਨ ਕਰਦਾ ਹੈ। ਗਜ਼ਨੀ ਦੇ ਰਹਿਣ ਵਾਲੇ ਸਨ। ਮੈਂ ਇਹਨਾਂ ਦਾ ਸਥਾਨ ਵੇਖ ਕੇ ਆਇਆ ਗਜ਼ਨੀ ਦੇ ਵਿੱਚ। ਉੱਥੇ ਭਾਈ ਸਾਹਿਬ, ਭਾਈ ਨੰਦ ਲਾਲ ਦੀਆਂ ਕੁਝ ਲਿਖਤਾਂ ਵੀ ਪਈਆਂ ਹਨ ਕਿ ਉਹੀ ਮਕਾਨ ਜਿੱਥੇ ਭਾਈ ਸਾਹਿਬ ਜੀ ਰਹੇ ਸਨ, ਉਹੀ ਬਣਿਆ ਹੈ। ਉਹਨੂੰ ਹੁਣ ਗੁਰਦੁਆਰੇ ਦੀ ਸ਼ਕਲ ਦੇ ਦਿੱਤੀ ਨੇ। ਗਜ਼ਨੀ ਵਿੱਚ, ਅਫਗਾਨਿਸਤਾਨ ਦੇ ਅੰਦਰ, ਕਾਬਲ ਤੋਂ ਕੋਈ 60 ਮੀਲ ਦੀ ਦੂਰੀ ਤੇ ਇਲਾਕਾ ਇਹ ਸਾਰਾ ਸੂਫੀ ਸੰਤਾਂ ਦਾ ਸੀ। ਆਲੇ ਦੁਆਲੇ ਸੂਫੀ ਫਕੀਰ ਸਨ, ਇਸਲਾਮ ਤੋਂ ਪ੍ਰਭਾਵਿਤ ਸਨ। ਇਸਲਾਮ ਦਾ ਬੜਾ ਭਾਰੀ ਬੋਲਬਾਲਾ ਸੀ ਈਰਾਨ ਤੇ ਅਫਗਾਨਿਸਤਾਨ ਵਿੱਚ। ਉਸੇ ਮਾਹੌਲ ਵਿੱਚ ਭਾਈ ਨੰਦ ਲਾਲ ਜੀ ਪਲੇ ਨੇ। ਔਰ ਮੁਲਕ ਦੇ ਜਦ ਅਫਰਾ ਤਫਰੀ ਮਚੀ ਤੇ ਆਪ ਮੁਲਤਾਨ ਵਿੱਚ ਆ ਗਏ। ਫਿਰ ਬਾਕੀ ਦੀ ਜ਼ਿੰਦਗੀ ਇੱਥੇ ਮੁਲਤਾਨ ਵਿੱਚ ਬਤੀਤ ਕਰ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਹੁੰ ਕੰਨਾਂ 'ਚ ਪਈ, ਗੁਰੂ ਨਾਨਕ ਦੇ ਬੋਲ ਕੰਨਾਂ 'ਚ ਪਏ, ਸ਼ਬਦ ਦੀਆਂ ਗੁੰਜਾਰਾਂ ਚਾਰੋਂ ਪਾਸੇ ਸੁਣੀਆਂ, ਤਾਂ ਪ੍ਰਭਾਵਿਤ ਹੋ ਕੇ ਆਪ ਅਨੰਦਪੁਰ ਸਾਹਿਬ ਗਏ ਸਨ। ਜੋ ਰੱਬੀ ਜਲਵੇ ਉਹਨਾਂ ਨੇ ਵੇਖੇ, ਉਹ ਫਿਰ ਆਪਣੀਆਂ ਕਿਤਾਬਾਂ ਵਿੱਚ ਉਹਨਾਂ ਨੇ ਵਰਣਨ ਕੀਤੇ ਨੇ। ਸੂਫੀ ਕਲਾਮ ਸਾਰੇ ਦਾ ਸਾਰਾ ਨੰਦ ਲਾਲ ਦੇ ਸਾਹਮਣੇ ਸੀ। ਇਸ ਵਾਸਤੇ ਉਹਨਾਂ ਨੇ ਗੱਲ ਬੜੀ ਨਿਖੇੜ ਕੇ ਕਰ ਦਿੱਤੀ ਹੈ, ਖੁੱਲ ਕੇ ਕਰ ਦਿੱਤੀ ਹੈ। ਹਾਫਿਜ਼ ਕਹਿੰਦਾ ਹੈ ਕਿ ਰੱਬ ਦੇ ਮਾਰਗ ਤੇ ਮੈਂ ਚੱਲ ਤੇ ਗਿਆ, ਔਕੜਾਂ ਬਣੀਆਂ ਨੇ, ਬਿਪਤਾਵਾਂ ਬੜੀਆਂ ਨੇ। ਇਹ ਰਸਤਾ ਵੀ ਪਹਾੜੀ ਰਸਤਾ ਹੈ, ਬਿਖਮ ਰਸਤਾ ਹੈ। ਔਰ ਇਤਨੀ ਮੈਂ ਅਰਜ਼ ਕਰਦੇ ਹਾਂ,
ये मैदानी रास्ता नहीं है, पहाड़ी रास्ता है। जब भी कोई चलता है तो रस्ते दियां कुछ परेशानियां बेचैन कर दियां ने। हाफिज कहता है मरादर मंजिले जाना चे अमनो ऐश चों हरदम। इस नज़म का जवाब दिता है नंद लाल ने। इतनी गल अर्ज करके मैं समाप्ति करांगा। ये नज़म हाफिज दी, दीवाने हाफिज दी पहली नज़म है। ते दूसरी नज़म जिस दे भाई साहब ने जवाब दिता है वो दीवाने गोया दी दूसरी नज़म है। वो दीवाने गोया, ये दीवाने हाफिज। हाफिज कहता है ऐ खुदा तेरे रस्ते ते मैं चलते पिया पर नित दियां मुसीबतां। परिवार सहमत नहीं, संसार सहमत नहीं, चलण की समर्था नहीं, नित दियां पीड़ा। घर विच एक पुरुष किधरे रसक पैदा हो जाए परिवार नाल संबंध नहीं जुड़ेगा, औखे हो जाएंगे परिवार वाले बाकी। क्योंकि हर एक दा अपना जीवन का पद्धर होंदा है, उहदी सूरत अगे हो गई तो जिहड़े पिछे रह गए तालमेल बैठेगा नहीं। वो अगे चला गया, उहदियां गल्लां कुछ अगे दियां हो जाणगियां, जिहड़े पिछे रह गए उन्हां दियां गल्लां कुछ पिछे दियां होणगियां, तालमेल नहीं बैठेगा। इसे नूं सतगुरु कहंदे ने भगतां ते संसारियां जोड़ कदे ना आया। भगतां करके घर विच जिहड़ा कलेश मच जांदा है वो दरअसल उसदे जिम्मेवार भगत नहीं, वो बंदे ने जो पिछे रह गए। भगत थोड़ा अगे चला गया, ओदी गल, ओदा जीवन का ढंग, ओदी शैली शब्दावली आम बंदियां नाल मेल नहीं खांदी। घर वाले औखे हो जांदे ने, समाज औखा हो जाता है, बिरादरी औखी हो जाती है, लोग निंदा करन लग पैंदे ने। एक भी किधरे रसक पैदा हो जाए, माड़ा पैदा हो जाए, घर दे विच बेईमान है, झूठा है, परिवार इतना औखा नहीं होता। ठग है, चोर है, तां भी मैं देखा है घर वाले इतने औखे नहीं। एक संत पैदा हो गया, रसक पैदा हो गया, भगत पैदा हो गया तो परिवार भी औखा हो जाता है, संसार भी औखा हो जाता है, पड़ोसी भी औखे हो जाते हैं, तरह तरह दी गल्लां चल पैंदियां, चेमेगोईयां चल पैंदियां। हाफिज कहता है ऐ खुदा मैं तेरे रस्ते ते चल पिया मरादर मंजिले जाना चे अमनो ऐश चूं हरदम। तेरे रस्ते ते चल के अमन नसीब नहीं होया, सुख नहीं मिलिया। चलना है बड़ा औखा, वाट बड़ी लंबेरी है। पुरसुलात का पंथ दुहेला संग न साथी गवन अकेला। मार्ग दे बड़े बड़े दृश्य खिंचे ने भगतां ने। तो हाफिज कहते हैं मैं चलदा चलदा जब थक जाना तो थोड़ा जिहा साजो समान नूं उतार के रस्ते च बैठ जाना भी चलो दम लईए। हुण दम लेना की हुंदा है भी चलो रोज नमाज पढ़दे अज ना ही सही। मनुख दे अंदर ख्याल आउंदा है रोज नितनेम करदे हैं चलो अज ना ही सही, हुण दम ले लईए। रोज चलदे हैं चलो अज ना ही सही, रोज माला फेरदे हैं चलो अज ना ही सही, रोज वाहिगुरू वाहिगुरू दा जाप करदे हैं चलो एक दो दिन ना ही सही। हाफिज कहते हैं इस तरह का मेरे अंदर ख्याल पैदा होता है मरादर मंजिले जाना। और यह ख्याल कभी बगौर मुताला करना अभ्यासियों के अंदर पैदा होता है। रोज जाते हैं गुरुद्वारे चलो ना ही सही, रोज पढ़ते हैं बाणी चलो अज ना ही सही, रोज जाप करते हैं चलो अज ना ही सही। कईयां दी जिंदगी च रोज पैदा होता होगा और रोज रोज करके रह जाते हैं इस ख्याल दे नाल। मरादर मंजिले जाना चे अमनो ऐश चों हरदम जरस फरियाद में दारद के बरबंदेद महमला। कहते जब मैं साजो समान सारा खिलेर के आराम करना चाहना तो जरस कहते ने घड़ियाल नूं, घड़ियाल वज पैंदा है। अरब देशां विच जिहड़े काफले चलते सन ना उठां दे 100-100 उठ इकट्ठे चलने, 50-50 उठ एक दूजे के पिछे बन के चलते सन, अजे भी हैं कुछ थोड़े बहुत। रस्ते च जिथे विश्राम करना हुंदा सी ना तो उठां तो ये माल सारा उतार लेंदे सन, रात आराम करते सन। फिर घड़ियाल वजदा सी, नगारा वजदा सी भी कूच करना है, चलना है, तो छेती छेती सारे साजो समान बन लेंदे सन, इंज उठां ते लद के फिर चल पैंदे सन। हाफिज कहंदा जद साजो समान उतार के जद मैं आराम करना चाहना तो जरस फरियाद नी दारद के बरबंदेद महमला। किधरे मौत दा घड़ियाल वज पैंदा है ते किसे दा जिंदगी दा कारवां कूच कर जांदा है। वो वजदा होया घड़ियाल मैनू कहंदा संभाल चल। दरअसल है ते ये घड़ियाल बहरे कन्नां नूं नहीं सुनाई देंदा। पारो सी के जो हुआ तू अपने भी जान। जिहड़ी घटना पड़ोसी दे घर घटी है वो तेरे नाल भी घटनी है। तो ये घड़ियाल है, सुचेत करता है भी खाली जाएगा और कुछ है नहीं,
तो हाफिज कहते जब मौत का घड़ियाल वज पैंदा मेरे कंन सुन लैंदे ने, कोई बंदा चलाना कर गया, कोई जांदा रहा। तो कहते उदों फिर मैं वो खिंडिया होया समान फिर समेटदा, फिर खिंडे हुए मन नूं फिर जोड़दा, फिर आलसी मन नूं समझांदा। ऐसा ही ना हो किधरे दम निकल जाए तो रस्ते च ही पाया टिकाने ते पहुंचे ही नहीं, मंजिल ते पहुंचे ही नहीं। तो कहते मैं खिंडे हुए साजो समान नूं फिर बन्नण दी कोशिश करदा। अगे चल के इसने बड़ा दुख रोया है। कहता है शबे तारीक बीमे मौज गर्दा बेचो नहीं आयल, कुजादा निंदे हाले मां सुबुक साराने साहिला। इहदा पंजाबी अनुवाद किया है प्रिंसिपल गंगा सिंह ने। रात हनेरी घुमण घेरी पानी ठाठा मारे, ओ की जानन हाल असाडा जो रहिंदे नदी किनारे। हाफिज कहता है एक ते रात बिल्कुल अंधेरी है। कहता मैं इबादत करदा ते पिया समझ कख कोई नहीं, खुदा खुदा करी जाना सूझ समझ आए कोई नहीं, तस्बीह फेरी जाना अल्लाह अल्लाह करी जाना समझ आए कोई नहीं, कुरान में पढ़ी जाना समझ मैनू है कोई नहीं, नमाज में पढ़ी जाना समझ मैनू है कोई नहीं, चल मैं पिया रस्ता दिखाई नहीं देता। शबे तारीक रात अंधेरी है। शबे तारीक बीमे मौज गर्दा बेचो नहीं आयल। कहता जिस दरिया दे च मैं पैर पा बैठा उहदे च लहरां ने घुमण घेरियां ने, पारला कंडा मैनू दिखाई नहीं देता, नाल मेरे कोई है नहीं, रात अंधेरी है। ये जिक्र किया उसने अपनी अवस्था का। शबे तारीक बीमे मौज, इतना ना समझना एक बहुत वड्डी पीड़ा तो भी लंघना पैंदा, कदी स्मारक ते कोई चलेगा तो। शबे तारीक बीमे मौज गर्दा वेचो नहीं आयल, कुजादा निंदे हाले मां सुबुक साराने साहिला। हुण ओ बंदे मेरा हाल की जानन जेड़े इस रस्ते च कदी चले ही नहीं, दरिया के कंढे ते खड़े तमाशा पे वेखदे। कुजादा आनंद हाले मां, ओ मेरा हाल की जानना, ओ मेरी विपता नूं की समझन कि विपता की है। फरीद इन्हां विपतावां दा जिक्र करदे ने। चिंत खटोला वाण दुख बिरे विछावण लेप, ए हमारा जीवना तू साहिब सच्चे वेख। कुजादा आनंद हाले मां सुबुक साराने साहिला। मेरी इस विपता दा ओ बंदे की हाल जानन जिहड़े स्मारक ते चले ही नहीं, जिन्हां ने दरिया विच कदी पैर पाए नहीं, जिहड़े घुमण घेरियां च कदी फसे ही नहीं। हाफिज कहने नाल कोई नहीं, पारला कंडा दिखाई नहीं पिया देंदा। हुण विपता मैं किहनूं सुणावां? नंद लाल ने कहने ने इस नज़म नूं जदों पढ़िया ते इहदे नाल मुकाबले ते दूसरी नज़म लिखी आपने, और ईरान दे वासी नंद लाल दियां उन्हां गज़लां नूं पढ़ के दंग रह गए। ये गल वखरी है कि मजहबी तसुब ने उन्हां दे हिरदे च सत्कार नहीं पैदा किया, पर अश कर उठे कि कोई ऐसा दिमाग भी है, कोई इस ढंग नाल भी सोचदा है। हुण फिर मैं अर्ज करदे हां जिहड़े शैली शब्दावली नूं समझण वाले ने, पिंगल ते विश्राम नूं समझण वाले ने, कविता दी मस थोड़ी जिहां रखदे ने, उन्हां नूं पता चलेगा ये दोवें बोल इक्को ने, हाफिज ते नंद लाल दे। एक दे समस्या है, एक दे समाधान है, एक दे सवाल है, एक दे जवाब है। हाफिज कहंदा है पहली पंक्ति दे च कि मरादर मंजिले जाना चे अमनो ऐश चूं हरदम। नंद लाल दी पहली पंक्ति में थानू सरवण करावां। नंद लाल कहंदे ने मरादर मंजिले जाना हमा ऐशो हमा शादी। काफिया मिल रही है, शैली रवानी मिल रही है। नंद लाल कहंदे ने ऐ हाफिज जिस रस्ते ते मैं चलिया नित दियां खुशियां, नित दे शादियां ने, नित दा खेड़ा, नित दी मस्ती, तू केड़े रस्ते ते चल पे है? नित दा ही गम, नित दी विपता लै बैठा है, नित दा दुख लै बैठा है। रब दे मार्ग ते चलदे होया भी पिटदा जा रहे हैं, गिले करदा जा रहे हैं, शिकवे करदा जा रहे हैं। केड़ा रस्ता तू पकड़ लिया? मरादर मंजिले जाना हमा ऐशो हमा शादी, जरस बेहूदा में नालद कुजा बंदे महमला। नंद लाल हाफिज कहंदा है जरस फरियाद उम्मीदारद कि बरबंदेद महमला। मौत दा घड़ियाल वज पैंदा है ते खिंडिया होया समान मैं फिर बनना। हाफिज इंज कहंदा है। ते भाई साहब कहंदे ने जरस बेहूदा में नालद कुजा बंदे महमला,
ਇਹ ਮੌਤ ਦਾ ਘੜਿਆਲ ਐਵੇਂ ਬੇਹੂਦਾ ਪਿਆ ਬੋਲਦਾ ਹੈ, ਫਿਜ਼ੂਲ ਪਿਆ ਬੋਲਦਾ ਹੈ। ਅਸੀਂ ਤੇ ਮਨ ਦੀ ਗਠੜੀ ਬਨ ਕੇ ਰੱਖੀ, ਕਦੀ ਖਿਲੇਰੀ ਨਹੀਂ, ਸਮਾਨ ਕਦੀ ਖਿੰਡਾਇਆ ਹੀ ਨਹੀਂ, ਬਨ ਕੇ ਰੱਖੀ। ਸਾਡੀ ਨਿਤ ਚੱਲਣੇ ਦੀ ਤਿਆਰੀ, ਅਸੀਂ ਤੇ ਤਿਆਰ ਬੈਠੇ ਹਾਂ। ਕੱਲ ਦੀ ਮੌਤ ਆਉਂਦੀ ਭਾਵੇਂ ਅੱਜ ਆ ਜਾਏ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਐ ਹਾਫਿਜ਼ ਤੈਨੂੰ ਗਮ ਹੋ ਸਕਦਾ ਇਸ ਘੜਿਆਲ ਦਾ, ਕਿਉਂਕਿ ਤੂੰ ਸਮਾਨ ਸਾਰਾ ਖਿਲੇਰ ਬੈਠਾ, ਹੁਣ ਸਮੇਟੇਗਾ ਬੰਨੇਗਾ, ਤੇ ਅਸੀਂ ਕਦੀ ਖਿਲੇਰਿਆ ਹੀ ਨਹੀਂ, ਬਨ ਕੇ ਬੈਠੇ, ਤਿਆਰ ਬੈਠੇ। ਜਰਸ ਬੇਹੂਦਾ ਮੇ ਨਾਲ, ਕੋਈ ਇਸ ਢੰਗ ਨਾਲ ਵੀ ਕਹਿ ਸਕਦਾ ਹੈ ਮੌਤ ਦਾ ਘੜਿਆਲ ਬੇਹੂਦਾ ਪਿਆ ਬੋਲਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਪਤਾ ਚੱਲਿਆ ਮੌਤ ਬੇਹੂਦਾ ਹੈ, ਕੁਛ ਵੀ ਨਹੀਂ। ਅਸੀਂ ਤੇ ਤਿਆਰ ਬੈਠੇ, ਗਠੜੀ ਬਨ ਕੇ ਰੱਖੀ, ਸਾਡੀ ਨਿਤ ਚੱਲਣੇ ਦੀ ਤਿਆਰੀ। ਜਰਸ ਬੇਹੂਦਾ ਮੇ ਨਾਲ। ਕਿਤਨੇ ਇਹ ਪਾਏਦਾਰ ਰੱਬੀ ਸ਼ਾਇਰ ਨੇ। ਕਹਿੰਦੇ ਨੇ ਆਪ ਦੇ ਕੋਲ ਇੱਕ ਐਸਾ ਸੰਸਾਰੀ ਸ਼ਾਇਰ ਆਇਆ ਜਿਸ ਨੇ ਲੈਲਾ ਤੇ ਮਜਨੂ ਦਾ ਕਿੱਸਾ ਲਿਖਿਆ ਸੀ, ਤੇ ਆ ਕੇ ਕਹਿਣ ਲੱਗਾ ਭਾਈ ਨੰਦ ਲਾਲ, ਮੈਂ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਤੇ ਬੜੇ ਪ੍ਰਸੰਨ ਨੇ, ਤੇ ਕਵੀਆਂ ਦੇ ਚੋਂ ਸਿਰਮੌਰ ਰੁਤਬਾ ਤੁਹਾਨੂੰ ਦਿੱਤਾ ਹੈ, ਤੁਹਾਡੀ ਬੜੀ ਪ੍ਰਤਿਸ਼ਠਾ ਕਰਦੇ ਨੇ, ਬੜੀ ਗੱਲ ਹੈ ਤੁਹਾਡੀ ਗੁਰੂ ਘਰ ਵਿੱਚ। ਤੇ ਮੈਂ ਵੀ ਕੁਝ ਨਜ਼ਮਾਂ ਲਿਖੀਆਂ ਨੇ, ਸੁਣੋ। ਜਿਹੜਾ ਇੰਨਾ ਵੱਡਾ ਸ਼ਾਇਰ ਹੈ, ਕੁਦਰਤੀ ਗੱਲ ਹੈ ਸ਼ਾਇਰੀ ਦਾ ਸਰੋਤਾ ਹੋਵੇਗਾ, ਤਾਂ ਮੈਂ ਸਰੋਤਾ ਲੱਭਦਾ ਫਿਰਦਾ ਸੀ, ਤੁਸੀਂ ਮੇਰੀਆਂ ਕੁਝ ਨਜ਼ਮਾਂ ਸੁਣੋ। ਭਾਈ ਸਾਹਿਬ ਕਹਿਣ ਲੱਗੇ ਸੁਣਾ। ਉਹਨੇ ਪਹਿਲੀ ਨਜ਼ਮਾਂ ਵਿੱਚ ਮਜਨੂ ਦੀ ਜੀਵਨ ਕਥਾ ਸੁਣਾ ਦਿੱਤੀ। ਭਾਈ ਸਾਹਿਬ ਸੁਣਦੇ ਰਹੇ। ਫਿਰ ਉਹ ਕਹਿਣ ਲੱਗਾ ਮੈਂ ਹੁਣ ਲੈਲਾ ਦੀ ਕਥਾ ਸੁਣਾਣਾ। ਭਾਈ ਨੰਦ ਲਾਲ ਬੋਲਦੇ ਨੇ, ਇਸੇ ਦੀਵਾਨੇ ਗੋਇਆ ਦੀ ਨਜ਼ਮ ਹੈ। ਭਾਈ ਸਾਹਿਬ ਕਹਿੰਦੇ ਨੇ ਮਗੋ ਅਜ਼ ਹਾਲੇ ਲੈਲੀ, ਹੁਣ ਨਾ ਸੁਣਾ, ਮੈਂ ਨਹੀਂ ਸੁਣਨਾ। ਮਗੋ ਅਜ਼ ਹਾਲੇ ਲੈਲੀ ਬਾਦਲੇ ਸ਼ੌਰੀ ਦਾ ਐ ਗੋਇਆ ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ ਦੀਵਾਨਾ ਮੇ ਸਾਜ਼ਤ। ਮਜਨੂ ਦੀ ਗੱਲ ਤੂੰ ਕੀ ਸੁਣਾਈ ਹੈ, ਮੇਰੇ ਮਨ ਵਿੱਚ ਹੁਣ ਹੋਰ ਸੁਣਨ ਦੀ ਤਾਬ ਨਹੀਂ। ਚਿੱਤ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਸ਼ਬਦ ਵਿੱਚ ਸੁਰਤ ਇੱਕਮਿਕ ਹੋ ਗਈ। ਲੈਲਾ ਦੀ ਗੱਲ ਸੁਣਨ ਦੀ ਹੁਣ ਤਾਬ ਨਹੀਂ। ਸੰਸਾਰੀ ਤੌਰ ਤੇ ਇਸ ਢੰਗ ਦਾ ਪ੍ਰੇਮ ਆਉਂਦਾ, ਹਿਰਦਾ ਜੁੜ ਗਿਆ ਗੁਰੂ ਦੇ ਚਰਨਾਂ 'ਚ। ਕਮਾਲ ਦੀ ਗੱਲ ਮਜਨੂ ਦੀ ਸੁਣੀ, ਜੁੜ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ। ਤੇ ਉਹ ਬੰਦੇ ਕਿਤਨੇ ਪੱਥਰ ਦਿਲ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਸੁਣ ਕੇ ਵੀ ਗੁਰੂ ਗੋਬਿੰਦ ਸਿੰਘ ਨਾਲ ਨਾ ਜੁੜਨ, ਗੁਰੂ ਨਾਨਕ ਦੀ ਗੱਲ ਸੁਣ ਕੇ ਵੀ ਗੁਰੂ ਨਾਨਕ ਨਾਲ ਨਾ ਜੁੜਨ। ਗੱਲ ਮਜਨੂ ਦੀ ਸੁਣੀ, ਜੁੜ ਗਿਆ ਕਲਗੀਧਰ ਨਾਲ। ਗੱਲ ਮਜਨੂ ਦੀ ਸੁਣੀ, ਸ਼ਬਦ ਵਿੱਚ ਸੁਰਤ ਜੁੜ ਗਈ। ਭਾਈ ਸਾਹਿਬ ਦਾ ਇਸ ਢੰਗ ਦਾ ਹਿਰਦਾ ਬੈਰਾਗੀ ਹੈ। ਭਾਈ ਜੀ ਕਹਿੰਦੇ ਨੇ ਇਹ ਮੌਤ ਦਾ ਘੜਿਆਲ ਬੇਹੂਦਾ ਪਿਆ ਬੋਲਦਾ, ਅਸੀਂ ਤੇ ਗਠੜੀ ਬਨ ਕੇ ਰੱਖੀ, ਤਿਆਰ ਬੈਠੇ ਹਾਂ। ਜਰਸ ਬੇਹੂਦਾ ਮੇ ਨਾਲ ਕੁਜਾ ਬੰਦੇ ਮਹਿਮਲਹਾ। ਅਗਾਂਹ ਚਲ ਕੇ ਜਿਹੜਾ ਹਾਫਿਜ਼ ਨੇ ਕਿਹਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਬੇਚੁਨੀ ਆਲ। ਰਾਤ ਹਨੇਰੀ ਹੈ ਔਰ ਦਰਿਆ ਦੀਆਂ ਲਹਿਰਾਂ ਵਿੱਚ ਮੈਂ ਫਸ ਗਿਆ, ਘੁੰਮਣ ਘੇਰੀ 'ਚ। ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ, ਉਰਾਰ ਤੋਂ ਦੂਰ ਆ ਗਿਆ, ਬਈ ਸੰਸਾਰ ਤੋਂ ਤੇ ਦੂਰ ਆ ਗਿਆ, ਖੁਦਾ ਦਾ ਘਰ ਦਿਖਾਈ ਨਹੀਂ ਦਿੰਦਾ। ਘੁੰਮਣ ਘੇਰੀ 'ਚ ਫਸ ਗਿਆ, ਡੁੱਬਦਾ ਦੇ ਨਾਲ ਕੋਈ ਹੈ ਨਹੀਂ, ਰਹਿਬਰ ਕੋਈ ਹੈ ਨਹੀਂ, ਚਾਨਣਾ ਵੀ ਕੋਈ ਨਹੀਂ, ਅੰਧੇਰਾ। ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵੇਚੋ ਨਹੀਂ ਆਇਲ ਕੁਜਾਦਾ ਨਿੰਦੇ ਹਾਲੇ ਮਾਂ ਸੁਬੁਖ ਸਾਰਾਨੇ ਸਾਹਿਲਾ। ਹੁਣ ਉਹ ਬੰਦੇ ਮੇਰਾ ਹਾਲ ਕੀ ਜਾਣਨ ਜਿਹੜੇ ਸਾਹਿਲ ਤੇ ਖੜੇ ਨੇ। ਭਾਈ ਸਾਹਿਬ ਇਸ ਦਾ ਜਵਾਬ ਦਿੰਦੇ ਨੇ, ਬੜਾ ਕੀਮਤੀ ਹੈ। ਭਾਈ ਨੰਦ ਲਾਲ ਕਦੀ ਇਸ ਸ਼ੌਕ ਦੇ ਨਾਲ ਪੜ੍ਹਨਾ। ਭਾਈ ਜੀ ਕਹਿੰਦੇ ਨੇ ਖੁਦਾ ਹਾਜ਼ਰ ਬਵਦਾਇਨ। ਤੂੰ ਕਹਿੰਦਾ ਮੈਨੂੰ ਪਾਰਲਾ ਕੰਡਾ ਨਹੀਂ ਦਿਖਾਈ ਦਿੰਦਾ, ਮੈਨੂੰ ਖੁਦਾ ਹਾਜ਼ਰ ਨਾਜ਼ਰ ਦਿਖਾਈ ਦਿੰਦਾ। ਖੁਦਾ ਹਾਜ਼ਰ ਬਵਦਾਇਨ ਬਬੀ ਦੀਦਾਰੇ ਪਾਕਿਸ਼ਰਾ। ਮੈਂ ਉਹਦਾ ਪਾਕ ਦੀਦਾਰ ਇਹਨਾਂ ਦੋ ਅੱਖਾਂ ਨਾਲ ਕਰਦਾ। ਤੈਨੂੰ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ, ਤੂੰ ਕਿਹੜੇ ਰਸਤੇ ਤੇ ਚੱਲ ਪਿਆ? ਅਸੀਂ ਤੇ ਉਸ ਰਸਤੇ ਤੇ ਪੈਰ ਰੱਖਿਆ ਜਿੱਥੇ ਪਾਰਲਾ ਕੰਡਾ ਪਹਿਲੇ ਦਿਖਾਈ ਦੇਣ ਲੱਗ ਪਿਆ, ਤੇ ਪਾਰਲੇ ਕੰਡੇ ਨੂੰ ਵੇਖ ਕੇ ਹੀ ਚੱਲ ਪਿਆ। ਪਹਿਲਾ ਵਤ ਸਿਆਣੀ ਹੈ ਤਾਂ ਕੀ ਜੇ ਵਾਪਾਰ। ਤੂੰ ਕਿਹੜੇ ਮਾਰਗ ਤੇ ਚੱਲ ਪਏ, ਤੈਨੂੰ ਪਾਰਲਾ ਕੰਡਾ ਨਹੀਂ ਦਿਖਾਈ ਦਿੰਦਾ। ਖੁਦਾ ਹਾਜ਼ਰ ਬਵਦਾਇਮ ਬੰਦੀ ਦੀਦਾਰੇ ਪਾਕਿਸ਼ਰਾ। ਹੁਣ ਜਿਤਨੇ ਚਿਰ ਤੱਕ ਨਿਰੰਕਾਰ ਦੀ ਅੰਦਰ ਕੋਈ ਝਲਕ ਨਾ ਪਵੇ ਤੇ ਸੰਸਾਰ ਛੱਡਣਾ ਬੜੀ ਔਖੀ ਗੱਲ ਹੈ। ਵੱਡੀ ਲਕੀਰ ਜਿਤਨੇ ਚਿਰ ਤੱਕ ਖਿੱਚੀਏ ਨਾ ਤੇ ਦੂਸਰੀ ਤੇ ਵੱਡੀ ਆਪਣੇ ਆਪ ਬਣੀ ਰਹਿੰਦੀ ਹੈ। ਉਹਨੂੰ ਛੋਟਾ ਕਰਨ ਦਾ ਇਹੀ ਤੇ ਵਸੀਲਾ ਹੈ। ਪਰਮ ਰਸ ਦੇ ਮਿਲਦਿਆਂ ਵਿਖੇ ਰਸ ਹਟ ਜਾਂਦੇ ਨੇ। ਪਰਮ ਜ਼ਿੰਦਗੀ ਦੇ ਮਿਲਦਿਆਂ ਇਸ ਜ਼ਿੰਦਗੀ ਦਾ ਮੋਹ ਮਿਟ ਜਾਂਦਾ ਹੈ। ਪਰਮ ਕਰਤਾਰ ਦਾ ਰਸ ਮਿਲਦਿਆਂ
ਸੰਸਾਰ ਦੇ ਵਿਖੇ ਰਸ ਤੋਂ ਮਨੁੱਖ ਇੱਕ ਪਾਸੇ ਹੋ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਨੇ ਖੁਦਾ ਹਾਜ਼ਰ ਬਵਦਾਇਮ ਬਬੀ ਦੀ ਦਾਰੇ ਪਾਕਸ਼ਰਾ ਨਾ ਗਰਦਾ ਬੋ ਦਰੋ ਆਇਲ ਨਾ ਦਰਿਆਓ ਨਾ ਸਾਹਿਲਾ। ਮੇਰੇ ਗੁਰੂ ਨੇ ਮੇਰੇ ਮੁਰਸ਼ਦ ਨੇ ਮੈਨੂੰ ਐਸੇ ਮਾਰਗ ਤੇ ਤੋਰਿਆ ਹੈ, ਨਾ ਦਰਿਆ ਪੈਂਦਾ ਹੈ ਨਾ ਘੁੰਮਣ ਘੇਰੀਆਂ ਨੇ, ਸਾਨੂੰ ਤੇ ਪਾਰ ਪ੍ਰਮਾਤਮਾ ਦਿਸਦਾ ਪਿਆ, ਪਹੁੰਚ ਗਏ ਆ। ਤੂੰ ਕਿਹੜੇ ਰਸਤੇ ਤੇ ਚੱਲੇ ਆ? ਹਾਫਿਜ਼ ਨੂੰ ਸਿੱਧਾ ਜਵਾਬ ਦਿੱਤਾ, ਰਹਿਬਰ ਮੇਰਾ ਮੁਰਸ਼ਦ ਮੇਰੇ ਨਾਲ ਹੈ, ਖੁਦਾ ਹਾਜ਼ਰ ਬਵੱਦਾ ਹੈ। ਤੂੰ ਕਹਿੰਦਾ ਮੈਨੂੰ ਪਾਰਲਾ ਕੰਡਾ ਨਹੀਂ ਦਿਖਾਈ ਦਿੰਦਾ ਤੇ ਮੈਂ ਇਹਨਾਂ ਅੱਖਾਂ ਨਾਲ ਵੇਖ ਰਿਹਾ। ਤੂੰ ਕਹਿੰਦਾ ਮੇਰੇ ਨਾਲ ਕੋਈ ਨਹੀਂ ਤੇ ਮੇਰਾ ਮੁਰਸ਼ਦ ਮੇਰੇ ਨਾਲ ਹੈ, ਅੱਠੇ ਪੈਰ। ਮੈਨੂੰ ਐਸੇ ਮੁਰਸ਼ਦ ਦੀ ਜੋ ਹੈ ਮਿਲਾਪ ਹੋ ਗਈ ਹੈ, ਮਿਲਨ ਹੋ ਗਿਆ ਹੈ, ਜਿਹੜਾ ਕਦੀ ਮੈਥੋਂ ਵਿਛੜਦਾ ਨਹੀਂ। ਤੋ ਐਸਾ ਮੁਰਸ਼ਦ ਸਿਰਫ ਸ਼ਬਦ ਹੋ ਸਕਦਾ। ਤਨ ਅੱਜ ਹੈ ਕੱਲ ਨਹੀਂ। ਤੇ ਅੱਠੇ ਪੈਰ ਨਾਲ ਨਾ ਪੁੱਤਰ ਹੋ ਸਕਦੇ ਨਾ ਮਿੱਤਰ ਹੋ ਸਕਦਾ, ਨਾ ਪਤਨੀ ਹੋ ਸਕਦੀ ਹੈ, ਨਾ ਮਾਂ ਬਾਪ ਹੋ ਸਕਦੇ, ਨਾ ਭਰਾ ਹੋ ਸਕਦਾ ਹੈ। ਅੱਠੇ ਪੈਰ ਬੰਦੇ ਦੇ ਨਾਲ ਸ਼ਬਦ ਹੋ ਸਕਦਾ, ਗੁਰ ਜੋਤੀ ਹੋ ਸਕਦੀ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਕਾਸ਼ ਕਿ ਤੈਨੂੰ ਕੋਈ ਦੱਸਣ ਵਾਲਾ ਮਿਲਦਾ ਹਾਫਿਜ਼ ਕਿ ਸ਼ਬਦ ਦਾ ਪ੍ਰਕਾਸ਼ ਕਦਮ ਕਦਮ ਦੇ ਵਿੱਚ ਰਹਿਬਰੀ ਕਰਦਾ ਹੈ ਔਰ ਉਹਦੇ ਨਾਲ ਪਾਰਲਾ ਕੰਡਾ ਦਿਸ ਪੈਂਦਾ ਜਾਪ ਦੇ ਨਾਲ। ਤੂੰ ਇਹ ਜਿਹੜੇ ਰੋਣੇ ਰੋ ਰਹੇ ਹੈ ਦੁਬਦਾ ਦੇ, ਤੈਨੂੰ ਇਸ ਤਰ੍ਹਾਂ ਦੇ ਸ਼ਬਦ ਦੱਸਣ ਵਾਲਾ ਕੋਈ ਨਹੀਂ, ਤੈਨੂੰ ਇਸ ਤਰ੍ਹਾਂ ਦੇ ਸ਼ਬਦਾਂ ਦੀ ਪ੍ਰਾਪਤੀ ਨਹੀਂ, ਤੈਨੂੰ ਇਸ ਤਰ੍ਹਾਂ ਦੇ ਗਿਆਨ ਦੀ ਪ੍ਰਾਪਤੀ ਨਹੀਂ। ਇਸ ਵਾਸਤੇ ਰੱਬ ਦੇ ਮਾਰਗ ਤੇ ਜਾ ਕੇ ਚੱਲਦਾ ਹੋਇਆ ਵੀ ਤੂੰ ਰੱਬ ਤੇ ਸ਼ਿਕਵੇ ਕਰੀ ਜਾਂਦਾ, ਗਿਲੇ ਕਰੀ ਜਾਂਦਾ ਔਰ ਕਹੀ ਜਾਂਦਾ ਵਿਖੜਾ ਰਸਤਾ ਹੈ, ਇਹ ਹੈ ਉਹ ਹੈ, ਤੇ ਤੇਰੇ ਇਹਨਾਂ ਰੋਣਿਆਂ ਨੂੰ ਵੇਖ ਕੇ ਕੌਣ ਚੱਲੇਗਾ? ਭਾਈ ਸਾਹਿਬ ਭਾਈ ਨੰਦ ਲਾਲ ਬੜਾ ਹੌਸਲਾ ਵਧਾਉਂਦੇ ਨੇ, ਮਰਾ ਦਰ ਮੰਜ਼ਲੇ ਜਾਣਾ ਹਮਾ ਐਸ਼ੋ ਹਮਾ ਸ਼ਾਦੀ। ਰੋਜ਼ ਦੀਆਂ ਖੁਸ਼ੀਆਂ ਨੇ, ਰੋਜ਼ ਦਾ ਆਨੰਦ ਹੈ, ਰੋਜ਼ ਦੇ ਖੇੜੇ ਨੇ। ਹਾਫਿਜ਼ ਜਿਸ ਰਸਤੇ ਤੇ ਮੈਂ ਚੱਲਿਆ ਗਮ ਹੈ ਹੀ ਕੋਈ ਨਹੀਂ, ਦੁੱਖ ਨਹੀਂ, ਸਭ ਸੁਖ ਹੀ ਹੈ ਰੇ, ਏਕਾ ਏਕੀ ਨੇਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਰਸਤੇ ਤੇ ਅਸੀਂ ਚੱਲੇ ਦੁੱਖ ਹੈ ਹੀ ਕੋਈ ਨਹੀਂ, ਸੰਤਾਪ ਹੈ ਹੀ ਨਹੀਂ, ਹਾਰ ਹੈ ਹੀ ਨਹੀਂ। ਨਿਤ ਦੀ ਜ਼ਿੰਦਗੀ ਹੈ, ਨਿਤ ਦਾ ਜੀਵਨ ਹੈ, ਨਿਤ ਦਾ ਰਸ ਹੈ, ਨਿਤ ਦਾ ਆਨੰਦ ਹੈ। ਤੋ ਇਸ ਤਰ੍ਹਾਂ ਦਾ ਜਿਸ ਸ਼ਬਦ ਵਿੱਚ ਨਿਤ ਦਾ ਆਨੰਦ ਹੈ ਉਹ ਸਾਨੂੰ ਪ੍ਰਾਪਤ ਹੈ। ਔਰ ਇਸ ਤਰ੍ਹਾਂ ਦਾ ਸ਼ਬਦ ਪ੍ਰਗਟ ਹੋਇਆ ਰੂਹੇ ਜ਼ਮੀਨ ਵਿੱਚ, ਪ੍ਰਕਾਸ਼ਮਾਨ ਹੋਇਆ ਗੁਰਜੋਤੀ ਦੇ ਰੂਪ ਵਿੱਚ। ਉਹ ਦਿਹਾੜਾ ਸੀ ਕੱਲ ਦਾ। ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਇਹ ਪੁਰਬ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਏਗਾ। ਤੁਸੀਂ ਵੀ ਇਸੇ ਸ਼ਰਧਾ ਦੇ ਨਾਲ ਸ਼ਾਹਿਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕੱਲ ਦੀ ਹਾਜ਼ਰੀ ਭਰੋ ਤੇ ਅੰਦਰੋਂ ਅਰਦਾਸ ਕਰੋ, ਹੇ ਪਾਤਸ਼ਾਹ ਤੇ ਸ਼ਬਦ ਦੀ ਰਹਿਬਰੀ ਬਣੀ ਰਹੇ, ਸ਼ਬਦ ਦੀ ਟੇਕ ਬਣੀ ਰਹੇ, ਘਰ ਦੇ ਵਿੱਚ ਬਾਹਰ ਚਲਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਇਹ ਸ਼ਬਦ ਦੀ ਰਹਿਬਰੀ ਹਰ ਵਕਤ ਬਣੀ ਰਹੇ। ਤੇ ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ। ਜਿੱਥੇ ਇਸ ਤਰ੍ਹਾਂ ਦੀ ਕਾਰ ਸ਼ਬਦ ਦੀ ਚਾਰੋਂ ਪਾਸੇ ਹੋ ਜਾਏ ਉੱਥੇ ਦੁੱਖ ਵਿਪਤਾਵਾਂ ਕਲੇਸ਼ ਸਾਰੇ ਦੇ ਸਾਰੇ ਪਖੰਡ ਇੱਕ ਪਾਸੇ ਹੋ ਜਾਂਦੇ ਨੇ। ਮੇਰੇ ਪਾਤਸ਼ਾਹ ਸਾਰਿਆਂ ਨੂੰ ਇਹ ਆਧਾਰ ਬਖਸ਼ਣ, ਸਾਰਿਆਂ ਨੂੰ ਇਹ ਸਹਾਰਾ ਬਖਸ਼ਣ। 2 ਹਾਜ਼ਰੀਆਂ ਮੈਂ ਤੁਹਾਡੇ ਚਰਨਾਂ 'ਚ ਹੋਰ ਕੱਲ ਭਰਨੀਆਂ ਨੇ। ਇੱਕ ਗਾਲਬਨ 10 ਵਜੇ ਦਿਨ ਦੇ ਤੇ ਸ਼ਾਮ ਨੂੰ ਇਸੇ ਤਰੀਕੇ ਨਾਲ 7 ਤੋਂ ਲੈ ਕੇ 8 ਵਜੇ ਤੱਕ ਹਾਜ਼ਰੀ ਮੈਂ ਤੁਹਾਡੇ ਚਰਨਾਂ 'ਚ ਭਰਨੀ ਹੈ। ਤੇ ਕੱਲ ਦੀਆਂ 2 ਹਾਜ਼ਰੀਆਂ ਭਰ ਕੇ ਫਿਰ ਮੈਂ ਆਪ ਤੋਂ ਛੁੱਟੀਆਂ ਲਵਾਂਗਾ। ਫਿਰ ਸਤਿਗੁਰ ਨੇ ਜਦ ਕਦੇ ਨਦੀ ਨਾਵ ਸੰਜੋਗੀ ਮੇਲਾ ਕਰਾਇਆ ਤੇ ਗੁਰੂ ਦੇ ਇਹ ਬੋਲ ਮੈਂ ਤੁਹਾਨੂੰ ਸਰਵਣ ਕਰਾਵਾਂਗਾ। ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਕਿ ਜੋ ਕੁਝ ਮੈਂ ਸੁਣਾਇਆ ਹੈ ਇਹ ਲੇਖੇ ਲੱਗੇ, ਤੁਸੀਂ ਜੋ ਕੁਝ ਸੁਣਿਆ ਇਹ ਲੇਖੇ ਲੱਗੇ। ਸੁਣਾ ਕੇ ਮੇਰੇ ਮਨ ਨੂੰ ਗੁਰਦੇਵ ਬਖਸ਼ਿਸ਼ ਕਰਨ, ਜੁੜਨ ਦੀ ਸਮਰੱਥਾ ਬਖਸ਼ਣ ਤੇ ਸੁਣ ਕੇ ਸਤਿਗੁਰ ਤੁਹਾਡਾ ਮਨ ਜੋੜੇ। ਸਭ ਤੋਂ ਵੱਡੀ ਬਖਸ਼ਿਸ਼ ਇਹ ਹੈ ਸੁਣ ਕੇ ਤੁਹਾਡਾ ਮਨ ਜੁੜੇ, ਸੁਣਾ ਕੇ ਮੇਰਾ ਮਨ ਜੁੜੇ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਤੋ ਜੁਗੋ ਜੁਗ ਅਟਲ ਸਤਿਗੁਰੂ। ਐਸਾ ਨਹੀਂ ਕਿ ਕੱਲ ਕੋਈ ਮਰ ਜਾਏ ਤੇ ਫਿਰ ਹੋਰ ਨਵਾਂ ਗੁਰੂ ਲੱਭਣ, ਫਿਰ ਪਰਸੋਂ ਹੋਰ ਕੋਈ ਲੱਭਣ। ਅੱਜ 13-14 ਦੀ ਅਰਦਾਸ ਹੋ ਰਹੀ ਹੈ ਤੇ ਸਿਲਸਿਲਾ ਚੱਲਦਾ ਰਿਹਾ, ਫਿਰ 50 ਹੋ ਜਾਣਗੇ। 5-5 10-10 ਸਾਲ ਦੇ ਬਾਅਦ ਤੇ ਭੋਗ ਪੈਂਦਾ ਹੀ ਜਾਂਦਾ ਹੈ। ਤੇ ਫਿਰ ਜਦ 100 ਗੁਰੂ ਹੋ ਗਏ ਤੇ ਅਰਦਾਸ ਕਰਦਿਆਂ ਵੀ 2 ਘੰਟੇ ਚਾਹੀਦੇ ਨੇ 100 ਗੁਰੂਆਂ ਦਾ ਨਾਮ ਲੈਂਦੇ ਨੇ। ਇਸ ਵਾਸਤੇ ਦੂਰ ਦ੍ਰਿਸ਼ਟੀ ਇਹ ਹੈ, ਸਿਆਣਪ ਇਹ ਹੈ ਕਿ ਸ਼ਬਦ ਪ੍ਰਕਾਸ਼ ਜੋ ਪ੍ਰਥਮ ਮਹਿਲੇ ਵਿੱਚ ਮਹੱਲਾ ਪਹਿਲੇ ਵਿੱਚ ਪਹਿਲੇ ਘਰ ਵਿੱਚ ਆਇਆ ਸੀ ਉਹ 11ਵੇਂ ਘਰ ਵਿੱਚ ਜੁਗੋ ਜੁਗ ਅਟਲ ਟਿਕ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ। ਇਹਦੇ ਵਿੱਚ ਆਪਣੀ ਸੁਰਤ ਔਰ ਧਿਆਨ ਜੋੜ ਕੇ ਉਸ ਪਰਮ ਆਨੰਦ ਨੂੰ ਆਪ ਪ੍ਰਾਪਤ ਕਰੋ। ਕੱਲ ਸਵੇਰੇ ਤੇ ਕੱਲ ਸ਼ਾਮ ਨੂੰ
ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬੋਲ ਮਿਲੇ ਆਪ ਜੀ ਦੇ ਸਾਹਮਣੇ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਹਾਰਦਿਕ ਤੌਰ ਤੇ ਸਾਰਿਆਂ ਦਾ ਧੰਨਵਾਦ, ਤੁਸੀਂ ਟਿਕ ਕੇ ਸਰਵਣ ਕਰਦੇ ਰਹੋ ਤੇ ਮੈਨੂੰ ਆਪਣੀ ਟਿਕੀ ਹੋਈ ਧਿਆਨ ਦੀ ਬਿਰਤੀ ਦਾ ਸਦਕਾ ਸੁਣਾਉਣ ਦੀ ਸਮਰੱਥਾ ਦਿੰਦੇ ਰਹੋ। तो भुल चुक लई खिमा की याचना भी है और गज वज के आखिरी फतेह प्रवान करने। वाहिगुरू जी का खालसा वाहिगुरू जी की फतेह।